वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 134 ਭਾਗ 9ਵਾਂ ਫਿਰ ਅੰਮ੍ਰਿਤਸਰ ਪ੍ਰਚਾਰ ਤੇ ਵਪਾਰ ਲਈ ਉਤਸ਼ਾਹ। ਗੁਰੂ ਅਰਜਨ ਦੇਵ ਜੀ ਮਾਝਾ ਦੁਆਬਾ ਅਤੇ ਨੱਕਾ ਦੇ ਦੌਰਿਆਂ ਵਿੱਚ ਇਹ ਦੇਖ ਆਏ ਸਨ ਕਿ ਸਿੱਖੀ ਦੀ ਸੰਭਾਲ ਲਈ ਦਸਵੰਧ ਦੀ ਰਕਮ ਠੀਕ ਪਹੁੰਚਾਉਂਦੇ ਰਹਿਣ ਲਈ ਇੱਕ ਮਜ਼ਬੂਤ ਜਥੇਬੰਦੀ ਦੀ ਬਹੁਤ ਲੋੜ ਹੈ। ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਇਹ ਕਾਰਜ ਮੰਜੀਦਾਰ ਕਰ ਰਹੇ ਸਨ, ਪਰ ਹੁਣ ਪ੍ਰਤੀਤ ਹੋਣ ਲੱਗਾ ਸੀ ਕਿ ਮੰਜੀਦਾਰਾਂ ਨੇ ਆਪਣੀ ਹੀ ਮੰਜੀ ਢਾਹ ਲਈ ਸੀ। ਮੰਜੀਦਾਰਾਂ ਦੀ ਅਜਾਰਾਦਾਰੀ ਖਤਮ ਕਰਨ ਲਈ ਮਸੰਦ ਥਾਪੇ ਗਏ। ਮਸੰਦ ਸ਼ਬਦ ਮਸਨਦ ਦਾ ਵਿਗੜਿਆ ਰੂਪ ਹੈ। ਮਸਨਦ ਦਾ ਭਾਵ ਅਰਥ ਹੈ ਉਚੇਚੇ ਥਾਂ ਵਾਲਾ। ਮਸੰਦ ਉੱਚੇ ਆਚਰਨ ਦੇ ਗੁਰੂ ਜੀ ਦੇ ਨਿਕਟਵਰਤੀ ਸਿੱਖ ਹੁੰਦੇ ਸਨ। ਉਹ ਇੱਧਰੋਂ ਗੁਰੂ ਜੀ ਦੀ ਸਿੱਖਿਆ ਘਰ ਘਰ ਪਹੁੰਚਾਉਂਦੇ ਸਨ ਅਤੇ ਉੱਧਰੋਂ ਕਾਰ ਭੇਟਾ ਦਸਵੰਧ ਲੈ ਕੇ ਗੁਰੂ ਦਰਬਾਰ ਵਿਸਾਖੀ ਜਾਂ ਦੀਵਾਲੀ ਹਾਜ਼ਰ ਹੁੰਦੇ ਸਨ। ਮਸੰਦ ਗੁਰੂ ਦੀ ਗੋਲਕ ਨੂੰ ਬਿਖ ਸਮਾਨ ਗਿਣਦੇ ਸਨ। ਸਾਰੇ ਮਸੰਦ ਹੀ ਕਿਰਤੀ ਸਨ ਅਤੇ ਸਦਾ ਸੇਵਾ ਦੇ ਚਾਅ ਵਿੱਚ ਰਹਿੰਦੇ ਸਨ। ਜੇ ਕਿਸੇ ਨੇ ਨਿਰਬਾਹ ਲਈ ਕੁਝ ਲੈਣਾ ਵੀ ਹੁੰਦਾ ਸੀ ਤਾਂ ਸੰਗਤਾਂ ਕੋਲੋਂ ਹੀ ਲੈਂਦੇ ਸਨ। ਦਸਵੰਧ ਦੀ ਰਕਮ ਨੂੰ ਹੱਥ ਨਹੀਂ ਸਨ ਲਗਾਉਂਦੇ। ਇਸ ਤਰ੍ਹਾਂ ਇਹ ਤੀਹਰਾ ਕਾਰਜ ਕਰਦੇ ਸਨ। ਇੱਕ ਕਾਰ ਭੇਟਾ ਇਕੱਠੀ ਕਰਦੇ, ਦੂਜੇ ਗੁਰੂ ਘਰ ਪਹੁੰਚਾਉਂਦੇ ਅਤੇ ਤੀਜੇ ਗੁਰੂ ਉਪਦੇਸ਼ ਸੁਣਾ ਸਿੱਖੀ ਦ੍ਰਿੜ ਕਰਾਉਂਦੇ। ਜਿਸ ਨਿਮਰਤਾ ਅਤੇ ਚਾਅ ਨਾਲ ਸਿੱਖ ਦਸਵੰਧ ਦੀ ਰਕਮ ਭੇਜਦੇ, ਉਸ ਨੂੰ ਦੇਖ ਕੇ ਹੀ ਮੋਹਸਨ ਫਾਨੀ ਅਚਰਜ ਹੋਇਆ ਸੀ। ਦਸਵੰਧ ਦੀ ਰਕਮ ਬਕਾਇਦਾ ਆਉਣ ਨਾਲ ਹੁਣ ਜਥੇਬੰਦ ਕਾਰਜ ਨੇਮਬੱਧ ਕੀਤੇ ਜਾਣ ਲੱਗ ਪਏ ਸਨ। ਇਸੇ ਲਈ ਕਈ ਇਤਿਹਾਸਕਾਰਾਂ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਵੇਲੇ ਇੱਕ ਰਾਜ ਜਿਹਾ ਬਣ ਗਿਆ ਸੀ। ਵੱਡੇ ਵੱਡੇ ਨਗਰਾਂ ਵਿੱਚ ਸਿੱਖ ਜਾ ਕੇ ਆਪਣੀ ਸਿੱਖੀ ਦਾ ਦਾਇਰਾ ਵਧਾ ਰਹੇ ਸਨ। ਕਈ ਸਿੱਦਕੀ ਸਿੱਖਾਂ ਦੀਆਂ ਸਾਖੀਆਂ ਪ੍ਰਸਿੱਧ ਹਨ। ਪਰਬਤਾਂ ਵਿੱਚ ਭਾਈ ਕਾਲਾ, ਨਿਹਾਲੂ ਜੀ ਅਤੇ ਕਸ਼ਮੀਰ ਵਿਖੇ ਮਾਧੋ ਜੀ ਪ੍ਰਚਾਰ ਕਰ ਰਹੇ ਸਨ। ਭਾਈ ਮੱਲਣ ਰੇਖ ਰਾਓ ਕਾਬਲ ਵਿੱਚ ਨਵਾਬ ਦੇ ਮੋਦੀ ਹੁੰਦਿਆਂ ਵੀ ਸਿੱਖੀ ਆਦਰਸ਼ ਦ੍ਰਿੜਾ ਰਹੇ ਸਨ। ਸਰਹੰਦ ਵਿੱਚ ਭਾਈ ਭੀਵਾ ਜੀ, ਥਾਣੇਸਰ ਭਾਈ ਨੰਦਾ ਵਿਠੜ ਤੇ ਭਾਈ ਸਾਮੀ ਦਾਸ ਵਿਸ਼ੇਰ, ਭਾਈ ਮਹਿਤਾ ਸਖਤੂ ਅਤੇ ਨਿਹਾਲੂ ਚੱਡਾ ਜੀ ਆਗਰੇ ਅਤੇ ਦੂਰ ਦਰੇਡੇ ਹੋਰ ਮੁਖੀ ਸਿੱਖੀ ਪ੍ਰਚਾਰ ਲਈ ਜੁਟੇ ਹੋਏ ਸਨ। ਵਯੋ ਪਾਰੂ ਬਸਥੈ ਲਕਸ਼ਮੀ ਪ੍ਰਤੱਖ ਅਖਾਣ ਅਤੇ ਪ੍ਰਮਾਣ ਪ੍ਰਾਚੀਨ ਸਮਿਆਂ ਤੋਂ ਸੀ, ਪਰ ਵਪਾਰ ਰਾਹੀਂ ਧਰਮ ਪ੍ਰਚਾਰ ਗੁਰੂ ਸਾਹਿਬਾਨ ਨੇ ਕਰਨ ਦੀ ਨਵੀਂ ਲੀਹ ਪਾਈ। ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਭਾਈ ਭਗੀਰਥ ਨੂੰ ਲੰਕਾ ਵਪਾਰ ਕਰਨ ਲਈ ਭੇਜਣਾ ਇਹ ਦੱਸ ਰਿਹਾ ਸੀ ਕਿ ਵਪਾਰ ਰਾਹੀਂ ਪ੍ਰਚਾਰ ਕਰਨਾ ਆਸਾਨ ਹੈ। ਗੁਰੂ ਅਮਰਦਾਸ ਜੀ ਨੇ ਤਾਂ ਕਈ ਪ੍ਰਸਿੱਧ ਸਿੱਖਾਂ ਨੂੰ ਕੋਲੋਂ ਬਰਕਤ ਦੇ ਕੇ ਵਪਾਰ ਲਈ ਭੇਜਿਆ। ਗੁਰੂ ਰਾਮਦਾਸ ਜੀ ਪਾਸ ਤਾਂ ਜੇ ਕੋਈ ਸਿੱਖ ਨਾਮ ਪ੍ਰਾਪਤੀ ਦੀ ਜਾਚਨਾ ਲਈ ਆਇਆ, ਉਹਨਾਂ ਉਸ ਨੂੰ ਢਾਕਾ, ਲਖਨਊ, ਪਟਨਾ, ਆਗਰਾ, ਗਵਾਲੀਅਰ, ਦਿੱਲੀ ਅਤੇ ਹੋਰ ਦੂਰ ਦਰੇਡੇ ਦੁਕਾਨ ਵਪਾਰ ਸ਼ਾਹੂਕਾਰਾ ਕਰਨ ਲਈ ਹੁਕਮ ਦਿੱਤਾ। ਸ਼ੁੱਧ ਵਿਹਾਰ ਰਾਹੀਂ ਛੇਤੀ ਪ੍ਰਚਾਰ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਉਚੇਚੇ ਤੌਰ ਤੇ ਸਿੱਖਾਂ ਨੂੰ ਘੋੜਿਆਂ ਦੇ ਵਪਾਰ ਲਈ ਲਗਾਇਆ। ਦੇਖਣ ਨੂੰ ਇਹ ਇੱਕ ਸਧਾਰਨ ਵਪਾਰ ਹੀ ਸੀ, ਪਰ ਇਸ ਦੇ ਸਿੱਟੇ ਦੂਰ ਰਸ ਸਨ। ਕਨਿੰਗਮ ਦਾ ਕਹਿਣਾ ਠੀਕ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿੱਚ ਤਜਾਰਤ ਕਰਨ ਲਈ ਇਸ ਕਾਰਨ ਭੇਜਿਆ ਤਾਂ ਕਿ ਉਹ ਵਪਾਰ ਦੇ ਨਾਲ ਨਾਲ ਧਰਮ ਵਿੱਚ ਵੀ ਪੱਕੇ ਹੋ ਜਾਣ। ਸਿੰਧ ਪਾਰ ਜਾਣ ਨਾਲ ਸਦੀਆਂ ਦਾ ਬਣਿਆ ਵਹਿਮ ਗੁਰੂ ਜੀ ਨੇ ਤੋੜਿਆ ਕਿ ਸਿੰਧ ਦਰਿਆ ਪਾਰ ਜਾਣ ਨਾਲ ਹਿੰਦੂ ਮਲੇਸ਼ ਹੋ ਜਾਂਦਾ ਹੈ। ਸਿੱਖ ਪਹਿਲੀ ਵਾਰੀ ਇਸ ਅੰਧ ਵਿਸ਼ਵਾਸ ਦੀ ਧਾਰਨਾ ਤੋਂ ਉੱਪਰ ਉੱਠ ਕੇ ਵਿਦੇਸ਼ਾਂ ਨੂੰ ਗਏ। ਹੌਸਲੇ ਵਧੇ, ਮਾਲੀ ਹਾਲਤ ਬਹੁਤ ਸੁਧਰੀ, ਆਚਰਨ ਦਾ ਨਮੂਨਾ ਸਿੱਖਾਂ ਬਣ ਕੇ ਲੋਕਾਂ ਨੂੰ ਦਿਖਾਇਆ। ਉੱਤਰ ਪੱਛਮ ਵਿੱਚ ਕਈ ਨਵੇਂ ਕੇਂਦਰ ਬਣੇ। ਹੋਰ ਘੋੜਿਆਂ ਦੀ ਤਜਾਰਤ ਕਰਨ ਨਾਲ ਸਿੱਖ ਜਿੱਥੇ ਘੋੜਿਆਂ ਦੀ ਨਸਲ ਪਹਿਚਾਨਣ ਵਾਲੇ ਹੋ ਗਏ, ਉੱਥੇ ਵਧੀਆ ਘੋੜ ਸਵਾਰ ਵੀ ਬਣੇ। ਜਿਸ 100 ਕੋ ਰੋਜ਼ ਪੈਂਡਾ ਕਰਨ ਦਾ ਜ਼ਿਕਰ ਪੰਥ ਪ੍ਰਕਾਸ਼ ਨੇ ਕੀਤਾ ਹੈ, ਉਸ ਦਾ ਮੁੱਢ ਗੁਰੂ ਅਰਜਨ ਦੇਵ ਜੀ ਨੇ ਹੀ ਬੱਧਾ ਸੀ। ਘੋੜੇ ਤੇ ਕਾਠੀ ਪਾਏ ਬਗੈਰ ਸਿੱਖ ਦਿਨ ਰਾਤ ਦੌੜ ਸਕਦੇ ਸਨ। ਜਾਤ ਪਾਤ ਦੇ ਬੰਧਨ ਵੀ ਟੁੱਟੇ। ਖਾਣ ਪਹਿਨਣ ਦੀ ਖੁੱਲ੍ਹ ਸਿੱਖਾਂ ਵਿੱਚ ਆ ਗਈ। ਛੂਤ ਛਾਤ ਵਾਲਾ ਰੋਗ ਸਿੱਖਾਂ ਵਿੱਚ ਰਿਹਾ ਹੀ ਨਾ। ਭਾਈ ਕਪੂਰ ਦੇਵ ਜੋ ਆਪੂ ਇੱਕ ਉੱਘੇ ਅਤੇ ਉੱਚ ਆਚਰਨ ਦੇ ਮਾਲਕ ਸਨ, ਘਰ ਪੂਰਨ ਸਿੱਖੀ ਸੀ ਅਤੇ ਆਏ ਸਿੱਖਾਂ ਦੀ ਟਹਿਲ ਦਿਲ ਲਗਾ ਕੇ ਕਰਦੇ ਸਨ। ਦੀ ਇੱਛਾ ਹੋਈ ਕਿ ਉਸ ਨੂੰ ਹੋਰ ਕਿਸ ਪੂਰਨ ਸਿੱਖ ਦੇ ਦੀਦਾਰ ਕਰਾਏ ਜਾਣ। ਗੁਰੂ ਅਰਜਨ ਦੇਵ ਜੀ ਨੇ
ਉਸ ਨੂੰ ਸ਼ਹਿਬਾਜ਼ਪੁਰ ਭਾਈ ਸੰਮਣ ਜੀ ਪਾਸ ਜਾਣ ਲਈ ਕਿਹਾ। ਭਾਈ ਕਪੂਰ ਜੀ ਜਦ ਸ਼ਹਿਬਾਜ਼ਪੁਰ ਪੁੱਜੇ ਤਾਂ ਸੰਮਣ ਜੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਅਤੇ ਨਾਲ ਹੀ ਸਮਾਂ ਮਿਲਣ 'ਤੇ ਸ਼ਬਦ ਪੜ੍ਹਦੇ, ਤੱਪੜ ਗਣਦੇ ਅਤੇ ਸੀੜੀ ਵੀ ਬਣਾਈ ਜਾ ਰਹੇ ਸਨ। ਭਾਈ ਕਪੂਰ ਜੀ ਨੇ ਕਿਹਾ ਵੀ ਕਿ ਤੁਸੀਂ ਕਿਹੜੇ ਨਿਕੰਮੇ ਕੰਮ ਲੱਗੇ ਹੋਏ ਹੋ, ਪਰ ਭਾਈ ਜੀ ਨੇ ਇਹ ਹੀ ਕਿਹਾ ਕਿ ਇਹਨਾਂ ਨੇ ਵੀ ਕੰਮ ਆਉਣਾ ਹੈ। ਕਰਨਾ ਕਰਤਾਰ ਦਾ ਪਿੰਡ ਡਾਕਾ ਪਿਆ, ਧਾੜਵੀ ਮਾਲ ਧਨ ਪਸ਼ੂ ਲੈ ਗਏ। ਪਿੰਡ ਵਾਸੀਆਂ ਪਿੱਛਾ ਕੀਤਾ। ਭਾਈ ਸੰਮਣ ਜੀ ਦੇ ਬੇਟੇ ਨੇ ਨੱਸ ਕੇ ਧਾੜਵੀਆਂ ਨੂੰ ਜਾ ਲਿਆ। ਧਾੜਵੀਆਂ ਨਿਸ਼ਾਨਾ ਸੇਧ ਗੋਲੀ ਮਾਰੀ ਅਤੇ ਬੇਟਾ ਉੱਥੇ ਹੀ ਚਿੱਤ ਹੋ ਗਿਆ। ਧਾੜਵੀ ਭੱਜ ਗਏ। ਭਾਈ ਨੂੰ ਜਦ ਬੇਟੇ ਦੇ ਅਕਾਲ ਚਲਾਣੇ ਦਾ ਪਤਾ ਲੱਗਾ ਤਾਂ ਉਹ ਉਸੇ ਰੰਗ ਵਿੱਚ ਰਹਿ ਲਾਸ਼ ਉਠਾ ਘਰ ਲਿਆਏ। ਕੀਰਤਨ ਕਰਕੇ ਬਿਬਾਨ ਕੱਢਿਆ ਅਤੇ ਸੰਸਕਾਰ ਕਰ ਪਰਤ ਕੇ ਉਹ ਹੀ ਤੱਪੜ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਗੰਢ ਰਹੇ ਸਨ ਵਿਛਾ ਦਿੱਤੇ। ਭਾਈ ਕਪੂਰ ਜੀ ਕੋਲੋਂ ਰਿਹਾ ਨਾ ਗਿਆ ਅਤੇ ਉਹਨਾਂ ਪੁੱਛ ਹੀ ਲਿਆ ਕਿ ਜੇ ਤੁਸੀਂ ਜਾਣਦੇ ਸੀ ਕਿ ਪੁੱਤਰ ਨਹੀਂ ਰਹਿਣਾ ਤਾਂ ਗੁਰੂ ਜੀ ਕੋਲੋਂ ਇਸ ਦੀ ਵੱਡੀ ਆਰਜ਼ਾ ਲਈ ਅਰਦਾਸ ਕਰਵਾ ਲੈਣੀ ਸੀ ਜਾਂ ਜਾਨ ਨਹੀਂ ਸੀ ਦੇਣਾ। ਭਾਈ ਸੰਮਣ ਜੀ ਨੇ ਕਿਹਾ, ਸਰੀਰ ਤਾਂ ਅਸੱਤ ਹੈ, ਇਸ ਦਾ ਬਿਨਸਣਾ ਅਸਚਰਜ ਨਹੀਂ ਸਗੋਂ ਅਸਚਰਜ ਹੈ ਇਸ ਦਾ ਰਹਿਣਾ, ਇਸ ਦਾ ਜੀਵਣਾ ਹੀ ਵੱਡਾ ਅਸਚਰਜ ਹੈ। ਉਹ ਮੂਰਖ ਹਨ ਜੋ ਸਰੀਰ ਦੇ ਬਿਨਸਣ ਵੇਲੇ ਰੁਦਨ ਕਰਦੇ ਹਨ। ਤਨ ਬਿਨਸੇ ਜੋ ਸ਼ੋਕ ਕਰੰਤੇ, ਤਿੰਨ ਸਮ ਮੂਰਖ ਅਪਰ ਨ ਜੰਤੇ। ਗੁਰੂ ਪਾਸੋਂ ਮੰਗੀਏ ਤਾਂ ਨਾਮ ਮੰਗੀਏ ਜੋ ਨਾਲ ਨਿਭੇ। ਨਾ ਕੋਈ ਕਿਸੇ ਦਾ ਪਿਤਾ ਹੈ ਨਾ ਪੁੱਤਰ, 4 ਦਿਨ ਦੀ ਖੇਡ ਹੈ, 5 ਤੱਤ ਵਿਰੋਧੀਏ ਇਕੱਠੇ ਕਰਕੇ ਸਰੀਰ ਰਚਿਆ ਹੈ। ਆਪਣੀ ਔਦ ਭੋਗ ਕੇ ਫਿਰ ਅੱਡ ਅੱਡ ਹੋ ਜਾਂਦੇ ਹਨ। ਗੁਰ ਤੇ ਮੰਗੀਏ ਨਾਮ ਸਹਾਈ, ਜੋ ਪਰਲੋਕ ਮਹਿ ਸੰਗ ਸਿਧਾਈ। ਪਿਤ ਸੁਤ 4 ਦਿਵਸ ਕੀ ਖੇਲ, ਤਨ ਤੱਤ ਪੰਚ ਵਿਰੋਧੀ ਮੇਲ। ਇਹ ਜੀਵ ਆਪਣੇ ਸਰੂਪ ਨੂੰ ਭੁਲਾ ਕੇ ਦੁੱਖ ਪਾਉਂਦਾ ਹੈ। ਜੇ ਗੁਰ ਕੇ ਬਚਨ ਮੰਨੇ ਸਮਝੇ ਤਾਂ ਜਨਮ ਮਰਨ ਤੋਂ ਰਹਿਤ ਹੁੰਦਾ ਹੈ। ਆਏ ਸਿੱਖ ਦਾ ਸਿਰ ਝੁਕਿਆ ਹੀ ਰਿਹਾ। ਭਾਈ ਭੀਵਾ ਅਤੇ ਭਾਈ ਰੂਪ ਚੰਦ ਸਰਹੰਦ ਦੇ ਵਸਨੀਕ ਸਨ। ਸ਼ਾਹੂਕਾਰਾ ਕਰਦੇ ਸਨ। ਕਿਰਤ ਕਰਕੇ ਸਿੱਖਾਂ ਨਾਲ ਵੰਡ ਖਾਣ ਅਤੇ ਗੁਰਪੁਰਬ ਕਰਨ, ਸਿੱਖਾਂ ਨੂੰ ਉੱਤਮ ਪ੍ਰਸ਼ਾਦ ਛਕਾਉਣ। ਭਾਈ ਗੁਰਦਾਸ ਜੀ ਨੇ ਸਨਮੁਖ ਸਤ ਭਾਈ ਕਹਿ ਕੇ ਸਤਿਕਾਰ ਦਿੱਤਾ ਹੈ। ਇਹਨਾਂ ਦਾ ਇਤਨਾ ਇਤਬਾਰ ਲੋਕਾਂ ਤਾਈਂ ਸੀ ਕਿ ਲੋਕ ਅਮਾਨਤਾਂ ਰੱਖ ਜਾਂਦੇ। ਇੱਕ ਵਾਰੀ ਇੱਕ ਮੁਗਲ ਫੌਜਦਾਰ ਨੇ ਮੋਹਰਾਂ ਦਾ ਵਸੂਲਾ ਦਿੱਤਾ ਕਿ ਆਏ ਕੇ ਲੈ ਲਵਾਂਗਾ। ਉਹਨਾਂ ਰੱਖ ਦਿੱਤਾ। 5 ਸਾਲਾਂ ਬਾਅਦ ਉਹ ਫੌਜਦਾਰ ਪਰਤਿਆ ਅਤੇ ਵਸੂਲਾ ਮੰਗਿਆ। ਉਹਨਾਂ ਇਹ ਜਾਣ ਲਿਖਿਆ ਨਹੀਂ ਸੀ ਕਿ ਫੌਜਦਾਰ ਹੈ, ਜਲਦੀ ਪਰਤ ਆਵੇਗਾ, ਸੋ ਚੇਤੇ ਤੋਂ ਉਤਰ ਗਿਆ। ਉਹਨਾਂ ਕਿਹਾ ਕਿ ਲਿਆ ਨਹੀਂ। ਉਸ ਫਰਿਆਦ ਕੀਤੀ। ਸਿੱਖਾਂ ਨੇ ਭਰੀ ਕਚਹਿਰੀ ਵਿੱਚ ਇਨਕਾਰ ਕੀਤਾ। ਫੌਜਦਾਰ ਨੇ ਕਿਹਾ ਤੱਤੇ ਕੜਾਹੇ ਵਿੱਚ ਹੱਥ ਪਾਉਣ। ਨਵਾਬ ਨੇ ਫੈਸਲਾ ਸੁਣਾਇਆ ਕਿ ਦੋਵੇਂ ਧਿਰਾਂ ਤੱਤੇ ਕੜਾਹੇ ਵਿੱਚ ਹੱਥ ਪਾਉਣ। ਭਾਈ ਭੀਵਾ ਜੀ ਨੇ ਅਰਦਾਸ ਕੀਤੀ ਕਿ ਆਪਣੇ ਨਾਮ ਦੀ ਲਾਜ ਰੱਖੀ। ਤੱਤੇ ਕੜਾਹੇ ਹੱਥ ਪਾਇਆ ਤਾਂ ਸਲਾਮਤ ਨਿਕਲਿਆ। ਮੁਗਲ ਤਾਂ ਝੁਲਸ ਗਿਆ। ਕੁਝ ਦਿਨ ਬਾਅਦ ਸਫਾਈ ਕਰਨ ਲੱਗੇ ਤਾਂ ਰੂਪ ਚੰਦ ਨੂੰ ਵਸੂਲਾ ਮਿਲ ਗਿਆ। ਦੋਵੇਂ ਦੌੜੇ ਉੱਥੇ ਚਲੇ ਗਏ ਜਿੱਥੇ ਮੁਗਲ ਸੀ। ਮੁਗਲ ਹੈਰਾਨ ਹੋਇਆ ਅਤੇ ਕਹਿਣ ਲੱਗਾ ਕਿ ਉਸ ਨੂੰ ਉੱਥੇ ਲੈ ਜਾਣ ਜਿਸ ਨੂੰ ਉਹਨਾਂ ਧਿਆਇਆ ਹੈ। ਜਦ ਗੁਰੂ ਅਰਜਨ ਜੀ ਕੋਲ ਪੁੱਜੇ ਤਾਂ ਮੁਗਲ ਨੇ ਇਤਨਾ ਹੀ ਕਿਹਾ, ਮਹਾਰਾਜ ਇਹ ਦੱਸੋ ਕਿ ਇਹ ਝੂਠੇ ਸੱਚੇ ਹੋਏ ਅਤੇ ਮੈਂ ਸੱਚਾ ਝੂਠਾ। ਗੁਰੂ ਜੀ ਨੇ ਫਰਮਾਇਆ, ਉਹਨਾਂ ਦਾ ਨਿਸ਼ਚਾ ਇੱਕ ਤੇ ਸੀ ਅਤੇ ਤੇਰਾ ਬਹੁਤਿਆਂ ਪੀਰਾਂ ਤੇ। ਇੱਕ ਭਰਤਾ ਦੀ ਇਸਤਰੀ ਸਦਾ ਸੁਖੀ ਹੁੰਦੀ ਹੈ। ਭਾਈ ਭਾਨਾ ਤੇ ਰੇਖ ਦਿਓ ਦੋਵੇਂ ਕਾਬਲ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਅਤੇ ਸਰਕਾਰੀ ਮੋਦੀ ਸਨ। ਕਿਸੇ ਦੀ ਦਮੜੀ ਨਾ ਰੱਖ ਕੇ ਸ਼ੁੱਧ ਵਿਹਾਰ ਕਰਦੇ, ਅਭਿਆਗਤਾਂ ਦੀ ਸੇਵਾ ਕਰਦੇ, ਭੁੱਖੇ ਨੂੰ ਆਹਾਰ ਦਿੰਦੇ। 5 ਬਰਸ ਮੋਦੀ ਦਾ ਕਾਰਜ ਕਰਦੇ ਹੋ ਗਏ। ਜਿਨ੍ਹਾਂ ਨੂੰ ਆਸ ਸੀ ਕਿ ਉਹਨਾਂ ਨੂੰ ਮੋਦੀ ਹੋਣ ਦਾ ਮੌਕਾ ਮਿਲੇਗਾ, ਉਹਨਾਂ ਸਾਜ਼ਿਸ਼ਾਂ ਕਰਕੇ ਵੱਟਾ ਬਦਲ ਦਿੱਤਾ ਅਤੇ ਇਹ ਸ਼ਿਕਾਇਤ ਕੀਤੀ ਕਿ ਇਹ ਘੱਟ ਤੋਲਦੇ ਹਨ। ਜਦ ਵੱਟਾ ਮੰਗਾਏ ਕੇ ਨਵਾਬ ਜੋਖਿਆ ਤਾਂ ਬਰਾਬਰ ਨਿਕਲਿਆ। ਇਹਨਾਂ ਅਰਦਾਸ ਕੀਤੀ ਸੀ ਕਿ ਸਿੱਖ ਅਤੇ ਸਿੱਖੀ ਦੀ ਪੈਂਜ ਰੱਖੀ। ਕਹਿੰਦੇ ਹਨ ਕਿ ਉਸ ਸਮੇਂ ਜਦ ਵੱਟਾ ਜੋਖਿਆ ਜਾ ਰਿਹਾ ਸੀ, ਦਰਬਾਰ ਸਾਹਿਬ ਬੈਠੇ ਹੋਏ ਗੁਰੂ ਅਰਜਨ ਦੇਵ ਜੀ ਨੂੰ ਕਿਸੇ 5 ਪੈਸੇ ਭੇਂਟ ਕੀਤੇ। ਕਦੇ ਸਾਹਿਬ ਸੱਜੇ ਹੱਥ ਰੱਖਣ, ਕਦੇ ਖੱਬੇ ਹੱਥ ਰੱਖਣ। ਸਿੱਖਾਂ ਜਦ ਪੁੱਛਿਆ ਕਿ ਬਾਰ-ਬਾਰ ਇਸ ਤਰ੍ਹਾਂ ਕਿਉਂ ਕਰਦੇ ਰਹੇ ਹੋ ਤਾਂ ਆਪ ਜੀ ਨੇ ਕਿਹਾ, ਸਿੱਖ ਦੀ ਪੈਂਜ ਰੱਖੀ ਹੈ। ਸੂਰਜ ਪ੍ਰਕਾਸ਼ ਨੇ ਲਿਖਿਆ ਹੈ ਕਿ ਭਾਈ ਕਟਾਰੂ ਨਾਂ ਦੇ ਸਿੱਖ ਨੂੰ ਜੋ ਕਾਬਲ ਵਿੱਚ ਤੜਵਾਈ ਸੀ, ਇਹ ਹੀ ਉਪਦੇਸ਼ ਦਿੱਤਾ ਸੀ ਕਿ
ਘੱਟ ਨਹੀਂ ਤੋਲਣਾ, ਸਤਨਾਮ ਦਾ ਸਿਮਰਨ ਕਰਨਾ, ਦਸਵੰਧ ਕੱਢਦੇ ਰਹਿਣਾ, ਘਰ ਵਿੱਚ ਕਦੇ ਦਲਿੱਦਰ ਨਹੀਂ ਆਉਣ ਲੱਗਾ। ਦੇਹ ਦਸਵੰਧ ਗੁਰਹਿਤ ਸਦਾ, ਦਾਰਿਦ ਸਦਨ ਨਹਿ ਹੋਵੇ ਕਦਾ। ਉਹ ਇਸੇ ਤਰ੍ਹਾਂ ਕਰਦੇ ਸਨ, ਪਰ ਸ਼ਿਕਾਇਤਾਂ ਹੋਈਆਂ ਤਾਂ ਗੁਰੂ ਜੀ ਨੇ ਹੱਥ ਦੇ ਲਾਜ ਰੱਖੀ। ਹੋ ਸਕਦਾ ਹੈ ਕਿ ਇਹਨਾਂ ਦੋਹਾਂ ਵਿੱਚੋਂ ਇੱਕ ਨੂੰ ਕਟਾਰੂ ਕਹਿੰਦੇ ਹੋਣ ਜਾਂ ਇਹ ਤੀਜਾ ਸਾਥੀ ਹੋਵੇ। ਕਸ਼ਮੀਰ ਦੇ ਸਿੱਖਾਂ ਨੇ ਸ਼੍ਰੀ ਅੰਮ੍ਰਿਤਸਰ ਆ ਕੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਕਸ਼ਮੀਰ ਦੇ ਪੰਡਤ ਬਾਣੀ ਪੜ੍ਹਨ ਤੋਂ ਰੋਕਦੇ ਹਨ, ਬਖੇੜੇ ਪਾਉਂਦੇ ਹਨ ਅਤੇ ਸਿੱਖਾਂ ਨੂੰ ਤੰਗ ਕਰਦੇ ਹਨ। ਇਹ ਵੀ ਕਹਿੰਦੇ ਹਨ ਕਿ ਸੰਸਕ੍ਰਿਤ ਦੇਵ ਬਾਣੀ ਹੈ ਅਤੇ ਗੁਰਬਾਣੀ ਮਨੁੱਖੀ। ਉਹਨਾਂ ਨੂੰ ਸੋਧਣ ਤੇ ਸਮਝਾਉਣ ਲਈ ਕੋਈ ਨਿਕਟਵਰਦੀ ਸਿੱਖ ਭੇਜੋ। ਮਹਾਰਾਜ ਦਾ ਖਿਆਲ ਉਸੇ ਭਾਈ ਮਾਧੋ ਜੀ ਵੱਲ ਗਿਆ ਜੋ ਸਰਬ ਗੁਣ ਗਿਆਤਾ ਸਨ। ਗੁਰੂ ਜੀ ਨੇ ਭਾਈ ਮਾਧੋ ਜੀ ਨੂੰ ਕੋਲ ਬੁਲਾ ਕੇ ਇਹ ਕਿਹਾ, ਕਸ਼ਮੀਰ ਦੇ ਪੰਡਤ ਨਿਰੇ ਕਰਮਕਾਂਡੀ ਹਨ, ਸੋ ਕਸ਼ਮੀਰ ਜਾ ਕੇ ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਕਰਨ, ਨਿਜ ਸਰੂਪ ਵਿੱਚ ਜੁੜਨ, ਬਾਣੀ ਦਾ ਪਾਠ, ਵਿਚਾਰ, ਸਤ ਸੰਗਤ ਦੀ ਮਹੱਤਤਾ, ਕੀਰਤਨ, ਕਲ ਮਹਿ ਪ੍ਰਧਾਨ, ਕੜਾਹ ਪ੍ਰਸ਼ਾਦ ਕਰਨ ਅਤੇ ਸਭ ਨੂੰ ਵਰਤਾਵਣ, ਗੁਰਪੁਰਬ ਮਨਾਉਣ, ਕਮਾਈ ਵਿੱਚੋਂ ਦਸਵੰਧ ਦੇਣ, ਵੰਡ ਛਕਣ, ਮਿੱਠ ਬੋਲਣ ਅਤੇ ਨਿਵ ਚੱਲਣ ਦਾ ਉਪਦੇਸ਼ ਦ੍ਰਿੜ ਕਰਾਉਣਾ। ਭਾਈ ਜੀ ਨੇ ਸ਼੍ਰੀਨਗਰ ਪੁੱਜਦਿਆਂ ਹੀ ਧਰਮਸ਼ਾਲ ਬੱਧੀ ਦੀਵਾਨ ਹੋਣ ਲੱਗੇ। ਕੀਰਤਨ ਦੀਆਂ ਧੁਨੀਆਂ ਉੱਠਣ ਲੱਗੀਆਂ। ਜਦ ਕਸ਼ਮੀਰੀ ਪੰਡਤ ਚਰਚਾ ਲਈ ਉੱਠ ਆਏ ਤਾਂ ਆਪ ਜੀ ਨੇ ਕਿਹਾ, ਘਿਓ ਭਾਵੇਂ ਸੋਨੇ ਦੇ ਬਰਤਨ ਵਿੱਚ ਹੋਵੇ, ਭਾਵੇਂ ਮਿੱਟੀ ਦੇ, ਘਿਓ ਲੈਣ ਵਾਲਾ ਬਰਤਨ ਨਹੀਂ ਦੇਖਦਾ। ਤਿਵੇਂ ਪ੍ਰਭੂ ਦਾ ਨਾਮ ਭਾਵੇਂ ਸੰਸਕ੍ਰਿਤ ਵਿੱਚ ਲਿਆ ਜਾਵੇ, ਭਾਵੇਂ ਆਪਣੀ ਬੋਲੀ ਵਿੱਚ, ਇਹ ਨਾਮ ਸਰਬ ਕਲਿਆਣ ਕਰਦਾ ਹੈ। ਫਿਰ ਦਲੀਲ ਦਿੰਦੇ ਹੋਏ ਕਿਹਾ, ਜੋ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ ਉਸ ਨੂੰ ਵੀ ਫਿਰ ਆਪਣੀ ਬੋਲੀ ਵਿੱਚ ਹੀ ਸਮਝਿਆ ਜਾਂਦਾ ਹੈ। ਵੇਦਾਂ ਕਰਕੇ ਚਤੁਰਾਈ ਹੁੰਦੀ ਹੈ, ਮਨ ਨੀਵਾਂ ਨਹੀਂ ਹੁੰਦਾ। ਸ਼ਬਦ ਕਰਕੇ ਮਨ ਨੀਵਾਂ ਹੁੰਦਾ ਹੈ। ਭਾਈ ਮਾਧੋ ਦੀ ਸੇਵਾ ਕਰਕੇ ਇੱਕ ਉੱਤਮ ਸੰਗਤ ਸ਼੍ਰੀਨਗਰ ਵਿਖੇ ਬਣ ਗਈ। ਉਹਨਾਂ ਦੀ ਕਰਨੀ ਕਥਨੀ ਰਹਿਣੀ ਬਹਿਣੀ ਕਰਕੇ ਸ਼੍ਰੀਨਗਰ ਸਿੱਖੀ ਪ੍ਰਚਾਰ ਦਾ ਕੇਂਦਰ ਬਣਿਆ। ਸ਼੍ਰੀਨਗਰ ਦੇ ਹੀ ਸਨ ਚਾਰੇ ਮੁਖੀ ਭਾਈ ਅਲਮਸਤ, ਭਾਈ ਗੋਇੰਦਾ, ਭਾਈ ਬਾਲੂ ਹਸਨਾ ਅਤੇ ਭਾਈ ਫੂਲ, ਜਿਨ੍ਹਾਂ ਧੁਨੀਆਂ ਬਣਾ ਕੇ ਸਿੱਖੀ ਸਾਰੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਫੈਲਾਈ। ਦਬਿਸਤਾਨ ਮਜ਼ਾਹਬ ਨੇ ਲਿਖਿਆ ਹੈ ਕਿ ਭਾਈ ਜੀ ਦੀ ਕਰਨੀ ਕਰ ਕਸ਼ਮੀਰ ਸਿੱਖੀ ਦ੍ਰਿੜ ਹੋਈ। ਉਹਨਾਂ ਦਾ ਆਪਣਾ ਆਚਰਣ ਇਤਨਾ ਉੱਚਾ ਸੀ ਕਿ ਉਦਾਹਰਣ ਹੀ ਬਣ ਗਿਆ। ਸਾਂਖ ਭਰਦੇ ਉਸ ਲਿਖਿਆ ਹੈ ਕਿ ਇੱਕ ਵਾਰੀ ਇੱਕ ਬਹਿਰੂਪੀਏ ਨੇ, ਜੋ ਠੱਗਾਂ ਦੇ ਗਿਰੋਹ ਦਾ ਸੀ, ਸਿੱਖੀ ਰੂਪ ਧਾਰ ਕੇ ਭਾਈ ਜੀ ਦੇ ਘਰ ਕਵੇਲੇ ਦਸਤਕ ਦਿੱਤੀ। ਭਾਈ ਜੀ ਪਾਸ ਉਸ ਸਮੇਂ ਜੋ ਤਿਆਰ ਸੀ, ਛਕਾਇਆ ਤੇ ਅੰਮ੍ਰਿਤ ਵੇਲੇ ਹੀ ਸਿੱਖ ਦੀ ਉਚੇਚੀ ਸੇਵਾ ਹੋਵੇ। ਬਾਹਰ ਚਲੇ ਗਏ ਤਾਂ ਕਿ ਹੱਟੀ ਖੁਲਵਾ ਕੇ ਰਸਦ ਲੈ ਆਉਣ। ਪਿੱਛੋਂ ਮੌਕਾ ਤੱਕ ਕੇ ਉਸ ਬਹਿਰੂਪੀਏ ਨੇ ਉਹਨਾਂ ਦੀ ਘਰਵਾਲੀ ਨੂੰ ਕਤਲ ਕੀਤਾ। ਗਹਿਣਿਆਂ ਦਾ ਭਰਿਆ ਡੱਬਾ ਅਤੇ ਹੋਰ ਰੁਪਏ ਲੈ ਕੇ ਬਾਹਰ ਗਲੀ ਨਿਕਲਣ ਹੀ ਲੱਗਾ ਸੀ ਕਿ ਭਾਈ ਮਾਧੋ ਨਾਲ ਮੇਲ ਹੋ ਗਿਆ। ਭਾਈ ਜੀ ਕਹਿਣ ਕਿ ਸ਼ਾਹ ਵੇਲੇ ਕੀਤੇ ਬਗੈਰ ਉਹਨਾਂ ਜਾਣ ਨਹੀਂ ਦੇਣਾ ਅਤੇ ਉਸਦਾ ਅੰਦਰਲਾ ਚੋਰ ਪੱਲਾ ਛੁਡਾਵੇ। ਇਸ ਖਿੱਚੋ ਖਿੱਚੀ ਵਿੱਚ ਗਹਿਣਿਆਂ ਦਾ ਡੱਬਾ ਜ਼ਮੀਨ ਤੇ ਗਿਰ ਗਿਆ ਅਤੇ ਭਾਈ ਸਾਹਿਬ ਨੇ ਗਹਿਣੇ ਪਛਾਣ ਲਏ। ਡੱਬਾ ਉਸੇ ਤਰ੍ਹਾਂ ਹੀ ਉਸ ਨੂੰ ਧਮਾ ਕੇ ਘਰ ਲੈ ਆਏ। ਜਦ ਅੰਦਰ ਜਾ ਵੇਖਿਆ ਤਾਂ ਘਰ ਵਾਲੀ ਕਤਲ ਹੋਈ ਸੀ। ਭਾਈ ਸਾਹਿਬ ਨੇ ਕੁਝ ਨਾ ਕਿਹਾ, ਸਿਰਫ ਕੋਠੇ ਤੇ ਚੜ੍ਹ ਕੇ ਗੁਆਂਢੀ ਨੂੰ, ਜੋ ਕੀਰਤਨ ਕਥਾ ਲਈ ਉਹਨਾਂ ਦੀ ਬੱਧੀ ਧਰਮਸ਼ਾਲ ਵਿੱਚ ਆ ਰਹੇ ਸਨ, ਸਿਰਫ ਇਤਨਾ ਕਿਹਾ ਕਿ ਘਰ ਵਾਲੀ ਵਾਂਢੇ ਗਈ ਹੈ, ਇਸ ਲਈ ਕੀਰਤਨ ਰਤਾ ਕੁ ਦੇਰ ਨਾਲ ਆਰੰਭ ਹੋਵੇਗਾ। ਉਸ ਠੱਗ ਨੇ ਇਹ ਸਭ ਦੇਖ ਕੇ ਭਾਈ ਸਾਹਿਬ ਦੇ ਚਰਨ ਪਕੜ ਲਏ। ਭਾਈ ਸਾਹਿਬ ਨੇ ਇਹ ਹੀ ਕਿਹਾ ਕਿ ਜੇ ਉਹ ਤੇਰਾ ਨਾ ਲੈਂਦੇ ਤਾਂ ਸਿੱਖੀ ਬਦਨਾਮ ਹੁੰਦੀ ਹੈ। ਜੋ ਭਾਣਾ ਵਰਤਣਾ ਸੀ ਸੋ ਵਰਤ ਗਿਆ, ਹੁਣ ਸਿੱਖ ਅਤੇ ਸਿੱਖੀ ਨੂੰ ਲਾਜ ਕਿਉਂ ਲਵਾਵਾਂ। ਠੱਗ ਵੀ ਸਿੱਖੀ ਦਾਇਰੇ ਵਿੱਚ ਆਇਆ। ਐਸੇ ਸਿਦਕੀ ਸਿੱਖ ਗੁਰੂ ਦੀ ਸਿੱਖਿਆ ਨਾਲ ਨਿੱਤਰ ਰਹੇ ਸਨ। ਭਾਈ ਗੁਰਦਾਸ ਜੀ ਨੇ ਇਸੇ ਕਰਕੇ ਭਾਈ ਮਾਧੋ ਜੀ ਨੂੰ ਕਸ਼ਮੀਰ ਵਿੱਚ ਸਿੱਖੀ ਦੀ ਚਾਲ ਟੋਰਨ ਵਾਲਾ ਲਿਖਿਆ ਹੈ। ਮਾਧੋ ਸੋਢੀ ਕਸ਼ਮੀਰ ਗੁਰਸਿੱਖੀ ਦੀ ਚਾਲ ਚਲਾਈ। ਭਾਈ ਨੰਦਾ ਅਤੇ ਭਾਈ ਸਾਮੀ ਦਾਸ ਦੋਵੇਂ ਥਾਣੇਸਰ ਵਿੱਚ ਸਿੱਖੀ ਲੋ ਰੌਸ਼ਨ ਕਰੀ ਬੈਠੇ ਸਨ। ਹੱਟੀ ਸੀ ਪਰ ਮੋਲ ਤੋਲ ਨਹੀਂ ਸਨ ਕਰਦੇ। ਇਹਨਾਂ ਦਾ ਨਾਂ ਹੀ ਇੱਕ ਸੁਖਣੀਆਂ ਪੈ ਗਿਆ। ਇਲਾਕੇ ਵਿੱਚ ਉਹਨਾਂ ਦੇ ਸੁੱਚੇ ਵਿਹਾਰ ਕਰਕੇ ਸਿੱਖੀ ਫੈਲੀ। ਜੋ ਵੀ ਸਿੱਖ ਆਉਂਦਾ ਉਹ ਪ੍ਰਸੰਨ ਚਿੱਤ ਪ੍ਰਸ਼ਾਦ ਛਕਾਉਂਦੇ। ਸਰਦੀ ਹੁੰਦੀ ਤਾਂ ਆਪਣੇ ਹੱਥੀਂ ਪਾਣੀ ਗਰਮ ਕਰ ਪੈਰ ਧੋਂਦੇ ਅਤੇ ਲੋੜਵੰਦ ਦੇਖ ਵਸਤਰ ਵੀ ਦੇ ਕੇ ਆਉਂਦੇ। ਉਹਨਾਂ ਦਾ ਸਾਰਾ ਪਰਿਵਾਰ ਹੀ ਸੇਵਾ ਵਿੱਚ ਜੁਟਿਆ ਰਹਿੰਦਾ। ਭਾਈ ਮੁਰਾਰੀ ਆਨੰਦ ਜੋ ਆਪੂ ਇੱਕ ਆਤਮ ਗਿਆਨੀ ਸਨ ਅਤੇ ਭਾਈ ਕਲਿਆਣਾ, ਭਾਈ ਨਾਨੋ, ਭਾਈ ਆਲਮ ਚੰਦ ਹਾਂਡਾ, ਭਾਈ ਸਹਿਸਾਰੂ ਤਲਵਾੜ ਜੋ ਹੰਸਾਂ ਦੀ ਡਾਰ ਕਰਕੇ ਜਾਣੇ ਜਾਂਦੇ ਸਨ,
ਅਤੇ ਆਗਰੇ ਰਹਿੰਦੇ ਸਨ ਨੇ ਆ ਕੇ ਬੇਨਤੀ ਕੀਤੀ, ਗਰੀਬ ਨਵਾਜ਼ ਜਿਸ ਸਮੇਂ ਸ਼ਬਦ ਸੁਣਦੇ ਹਾਂ ਉਸ ਸਮੇਂ ਤਾਂ ਮਨ ਨੀਵਾਂ ਰਹਿੰਦਾ ਹੈ, ਪਰ ਜਿਸ ਸਮੇਂ ਵਿਹਾਰ ਵਿੱਚ ਪੈ ਜਾਂਦੇ ਹਾਂ ਸਭ ਕੁਝ ਭੁੱਲ ਜਾਂਦਾ ਹੈ। ਕੋਈ ਉਪਾਅ ਦੱਸੋ ਕਿ ਮਨ ਟਿਕਿਆ ਰਹੇ। ਗੁਰੂ ਜੀ ਨੇ ਬਚਨ ਕੀਤਾ, ਅਜੇ ਅਭਿਆਸ ਦ੍ਰਿੜ ਨਹੀਂ ਹੋਇਆ। ਇਹ ਵਿਵਹਾਰ ਵਿੱਚ ਪੈਂਦੇ ਸਾਰ ਭੁੱਲਣ ਦਾ ਕਾਰਨ ਦੁਰਮਤ ਦਾ ਅਭਿਆਸ ਹੈ ਜੋ ਕਈ ਜਨਮਾਂ ਤੋਂ ਚੱਲਿਆ ਆ ਰਿਹਾ ਹੈ। ਸ਼ਬਦ ਬਾਣੀ ਦਾ ਅਭਿਆਸ ਇੱਕ ਜਨਮ ਪਿਆ ਹੈ। ਦੇਹ ਅਭਿਮਾਨ ਕਰਕੇ ਸ਼ਬਦ ਨਹੀਂ ਦ੍ਰਿੜ ਹੁੰਦਾ। ਦੇਹ ਅਭਿਮਾਨ ਨਿਤ ਸਰਵਣ ਦੁਆਰਾ ਹੀ ਮੁੱਕੇਗਾ। ਜਿਵੇਂ ਦਰਿਆ ਦੇ ਪ੍ਰਵਾਹ ਨੂੰ ਰੋਕਣ ਲਈ ਬੰਦ ਦੀ ਲੋੜ ਹੁੰਦੀ ਹੈ, ਫਿਰ ਨਿਵਾਣ ਵੱਲ ਚੱਲ ਪੈਂਦਾ ਹੈ, ਤਿਵੇਂ ਗਿਆਨ ਰੂਪੀ ਬੰਦ ਸ਼ਬਦ ਰਾਹੀਂ ਮਾਰਨਾ ਪੈਂਦਾ ਹੈ ਅਤੇ ਫਿਰ ਮਨ ਆਪੇ ਹੀ ਨਿਵਾਣ ਵੱਲ ਚੱਲ ਪੈਂਦਾ ਹੈ। ਪ੍ਰਵਾਹ ਪਿਆ ਹੋਇਆ ਫਿਰ ਯਤਨ ਕੋਈ ਨਹੀਂ ਰਹਿੰਦਾ। ਭਾਈ ਸਿਗਾਰੂ ਅਤੇ ਭਾਈ ਜੈਤਾ ਜੀ ਬਹੁਤ ਵੱਡੇ ਸੂਰਮੇ ਸਨ। ਗੁਰੂ ਜੀ ਪਾਸ ਹਾਜ਼ਰ ਹੋਏ ਅਤੇ ਬੇਨਤੀ ਕੀਤੀ ਕਿ ਆਪਣੀ ਸ਼ਰਨ ਰੱਖੋ। ਮਹਾਰਾਜ ਨੇ ਕਿਹਾ, ਅਸਾਂ ਸ਼ਸਤਰ ਪਕੜਨੇ ਹੈਨ, ਸੋ ਗੁਰੂ ਹਰਗੋਬਿੰਦ ਦਾ ਰੂਪ ਧਾਰ ਕੇ ਹੀ ਪਕੜਨੇ ਹੈਨ। ਸਮਾਂ ਕਲਯੁਗ ਦਾ ਵਰਤਣਾ ਹੈ। ਸ਼ਸਤਰਾਂ ਦੀ ਵਿੱਦਿਆ ਕਰਕੇ ਮੀਰ ਦੀ ਮੀਰੀ ਖਿੱਚ ਲੈਣੀ ਹੈ ਅਤੇ ਸ਼ਬਦ ਦੀ ਪ੍ਰੀਤ ਸਮਝ ਕੇ ਪੀਰ ਦੀ ਪੀਰੀ ਲੈ ਲੈਣੀ ਹੈ। ਤੁਸੀਂ 6ਵੀਂ ਪਾਤਸ਼ਾਹੀ ਦੇ ਹਜ਼ੂਰ ਰਹਿਣਾ। ਇਸ ਤੋਂ ਸਪਸ਼ਟ ਹੈ ਕਿ ਗੁਰੂ ਜੀ ਆਉਣ ਵਾਲੇ ਸਮੇਂ ਮੁਗਲ ਸਰਕਾਰ ਨਾਲ ਟੱਕਰ ਦੇਖ ਰਹੇ ਸਨ। ਇਸ ਤਰ੍ਹਾਂ ਜਦ ਭਾਈ ਕਾਲੂ ਸੂਰਮਾ ਨੇ ਪੁੱਛਿਆ ਕਿ ਜੋ ਰਣ ਵਿੱਚ ਜੂਝ ਮਰਦੇ ਹਨ ਉਹਨਾਂ ਨੂੰ ਕੀ ਪਦ ਪ੍ਰਾਪਤ ਹੁੰਦਾ ਹੈ, ਤਾਂ ਉਸ ਸਮੇਂ ਉਹਨਾਂ ਸਿੱਖੀ ਨੂੰ ਰਣਨੀਤੀ ਦ੍ਰਿੜਾ ਦਿੱਤੀ ਸੀ। ਮਹਾਰਾਜ ਨੇ ਫਰਮਾਇਆ, ਜੋ ਕੋਈ ਵੀਰਤਾ ਧਰਮ ਨੂੰ ਅਪਣਾਉਂਦਾ ਹੈ ਉਸ ਨੂੰ ਰਣ ਵਿੱਚ ਨਿਰਭੈ ਹੋ ਜੂਝਣਾ ਚਾਹੀਦਾ ਹੈ। ਸ਼ਤਰੂ ਨੂੰ ਮਾਰਨ ਅਤੇ ਆਪ ਮਰਨ ਵੇਲੇ ਸਤਨਾਮ ਹਿਰਦੇ ਰੱਖਣਾ ਚਾਹੀਦਾ ਹੈ। ਪਰਮ ਪਦ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਬਿਨ ਤਰਾਸ ਰਣ ਵਿੱਚ ਜੂਝਦੇ ਹਨ। ਸ਼ਸਤਰਧਾਰੀ ਦਾ ਵੱਡਾ ਧਰਮ ਇਹ ਹੈ ਕਿ ਰਣ ਵਿੱਚ ਪਿੱਠ ਨਾ ਦਿਖਾਏ। ਇੱਕ ਹੋਰ ਸੂਰਮੇ ਭਾਈ ਆਡਿਤ ਸੋਇਨੀ ਨੂੰ ਕਿਹਾ ਸੀ ਕਿ ਧਰਮ ਦਾ ਯੁੱਧ ਕਰਨਾ ਹੈ ਅਤੇ ਜੋ ਗਰੀਬ ਨੂੰ ਰੰਝਾਣੇ ਤੰਗ ਕਰੇ ਉਹਨਾਂ ਵਿਰੁੱਧ ਲੜਨਾ ਹੈ। ਜਦ ਪ੍ਰਸਿੱਧ ਸੂਰਮਾ ਗੰਗਾ ਸਹਿਗਲ, ਜਿਸ ਦਾ ਮੁਗਲ ਫੌਜਾਂ ਵਿੱਚ ਵੱਡਾ ਮਨਸਬ ਸੀ, ਨੇ ਗੁਰੂ ਦੇ ਚਰਨ ਪਰਸੇ ਤਾਂ ਮਹਾਰਾਜ ਨੇ ਕਿਹਾ, ਤੇਰੇ ਵਰਗੇ ਸੂਰਮੇ ਨੂੰ ਮੁਗਲਾਂ ਦੀ ਨੌਕਰੀ ਨਹੀਂ ਕਰਨੀ ਚਾਹੀਦੀ। ਜੇ ਰੋਜੀ ਲਈ ਹੀ ਮੁਗਲਾਂ ਦੀ ਨੌਕਰੀ ਕਰਨੀ ਹੈ ਤਾਂ ਗੁਰੂ ਹਰਗੋਬਿੰਦ ਜੀ ਪਾਸ ਰਹੋ। ਫੌਜ ਬਣਾਉਣ ਤੇ ਰੱਖਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਭਾਈ ਜੈਤਾ, ਭਾਈ ਨੰਦਾ ਅਤੇ ਭਾਈ ਪਿਰਾਗਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਦਿੱਤਾ ਸੀ ਕਿ ਇੰਦਰੀਆਂ ਨੂੰ ਸੰਕੋਚ ਕੇ ਸਵਾਸ ਸਵਾਸ ਵਾਹਿਗੁਰੂ ਦਾ ਜਾਪ ਕਰਨਾ ਅਤੇ ਜਿਸ ਸਮੇਂ ਬਿਰਤੀ ਟੁੱਟਦੀ ਦੇਖੋ ਸ਼ਬਦ ਦਾ ਪਰਚਾ ਵਿਚਾਰ ਕਰਨਾ। ਉਹਨਾਂ ਐਸਾ ਕੀਤਾ, ਪਰ ਬ੍ਰਾਹਮਣ ਕਹਿਣ ਕਿ ਤੁਸੀਂ ਕਰਮ ਛੱਡ ਦਿੱਤੇ ਹਨ, ਤੁਹਾਡਾ ਕਲਿਆਣ ਨਹੀਂ ਹੋ ਸਕੇਗਾ। ਸਿੱਖਾਂ ਨੇ ਬ੍ਰਾਹਮਣ ਨੂੰ ਖੂਬ ਲਿਆ ਤੇ ਕਿਹਾ, ਤੁਸੀਂ ਹੀ ਤਾਂ ਕਹਿੰਦੇ ਹੋ ਜਿਸ ਘਰ ਸੂਤਕ ਤੇ ਮ੍ਰਿਤਕ ਹੋਵੇ ਤਿਸ ਦੇ ਕਰਮ ਲੇਖੇ ਨਹੀਂ ਲੱਗਦੇ। ਅਸੀਂ ਜਿਸ ਦਿਨ ਦੇ ਗੁਰੂ ਅਰਜਨ ਦੇ ਦਰਸ਼ਨ ਪਾਏ ਹਨ, ਅਗਿਆਨ ਪਿਤਾ ਦੀ ਮੌਤ ਹੋ ਗਈ ਹੈ ਅਤੇ ਗਿਆਨ ਪੁੱਤਰ ਸਾਡੇ ਘਰ ਜਨਮਿਆ ਹੈ, ਸੋ ਕਰਮ ਕਰਨੇ ਵਿਅਰਥ ਹਨ। ਕਿਸ ਵਿਸ਼ਵਾਸ ਵਿੱਚ ਸਿੱਖ ਬੋਲਣ ਲੱਗ ਪਏ ਸਨ। ਇਹ ਸਭ ਗੁਰੂ ਅੰਗਦ ਦੇਵ ਜੀ ਦੀ ਸਿੱਖਿਆ ਦੇ ਹੀ ਫਲਸਰੂਪ ਸੀ। ਇਸ ਤਰ੍ਹਾਂ ਜਦ ਇੱਕ ਬ੍ਰਾਹਮਣ ਨੂੰ ਲੰਕਾ ਪ੍ਰਾਣ ਸੰਗਲੀ ਲੈਣ ਭੇਜਣ ਸਮੇਂ ਗੁਰੂ ਜੀ ਨੇ ਖਰਚਾ ਦਿੱਤਾ ਕਿ ਜਾ ਪੋਥੀ ਲਿਆਏ। ਉਸ ਬਹੁਤ ਸ਼ਗਨ ਮਨਾਈ, ਪਰ ਜਦ ਟੁਰਨ ਲੱਗਾ ਤਾਂ ਗਧਾ ਹੀਂਗ ਪਿਆ ਅਤੇ ਬ੍ਰਾਹਮਣ ਰੋਹ ਵਿੱਚ ਵਾਪਸ ਮੁੜ ਆਇਆ। ਮਹਾਰਾਜ ਨੇ ਭਾਈ ਪੈੜਾ ਕੋਹਲੀ ਜੀ ਨੂੰ ਲੰਕਾ ਜਾਣ ਦਾ ਹੁਕਮ ਦਿੱਤਾ। ਉਹ ਸੁਣਦੇ ਸਾਰ ਹੀ ਉੱਠ ਖਲੋਤਾ ਅਤੇ 5 ਪੈਸੇ ਗੁਰੂ ਜੀ ਪਾਸੋਂ ਅਸੀਸ ਵਜੋਂ ਲੈ ਕੇ ਚੱਲ ਪਿਆ। ਮਹਾਰਾਜ ਨੇ ਬਚਨ ਕੀਤਾ, ਪੰਡਿਤ ਜੀ ਐਸੇ ਅਨਿੰਨ ਭਗਤ ਹੁੰਦੇ ਹਨ ਜੋ ਥਿੱਤਵਾਰ ਗ੍ਰਹਿ ਨਹੀਂ ਪੁੱਛਦੇ, ਅਰਦਾਸ ਕਰਕੇ ਤੁਰਦੇ ਹਨ, ਵਾਹਿਗੁਰੂ ਆਪ ਬਰਕਤ ਪਾਉਂਦਾ ਹੈ। ਇਸ ਦਾ ਮਨ ਖਾਲੀ ਨਹੀਂ ਸੀ, ਸਿਦਕ ਵਾਲਾ ਸੀ। ਸਿਦਕੀ ਥਿੱਤਵਾਰ ਨਹੀਂ ਪੁੱਛਦੇ। ਵਾਰ ਮਹੂਰਤ ਤਿਥ ਨਹੀਂ ਪੂਛਾ, ਬਿਨਾਂ ਖਰਚ ਤੇ ਮਨ ਨਹੀਂ ਛੂਛਾ। ਦੁਆਬੇ ਦੇ ਕੁਝ ਚੌਧਰੀ ਭਾਈ ਪੁਰੀਆ, ਭਾਈ ਚੂਹੜ ਦੀ ਅਗਵਾਈ ਹੇਠ ਦਰਸ਼ਨਾਂ ਨੂੰ ਆਏ ਅਤੇ ਬੇਨਤੀ ਕੀਤੀ ਕਿ ਉਹਨਾਂ ਦੀ ਕਲਿਆਣ ਕਿਵੇਂ ਹੋਵੇਗੀ। ਮਹਾਰਾਜ ਨੇ ਕਿਹਾ, ਕੂੜ ਵਿਹਾਰ ਤਿਆਗ ਦੇਵੋ। ਕਲਯੁਗ ਵਿੱਚ ਕੂੜ ਹੀ ਪ੍ਰਧਾਨ ਦਿਸ ਰਿਹਾ ਹੈ, ਪਰ ਇਹ ਕਦੇ ਨਾ ਭੁੱਲੋ ਕਿ ਕੂਰ ਬਿਕਾਰਨ ਕੀ ਰਾਜਧਾਨੀ। ਚੌਧਰੀਆਂ ਵੀ ਆਪਣੀ ਮਜਬੂਰੀ ਦੱਸਦੇ ਹੋਏ ਕਿਹਾ, ਕੂਰ ਬਿਨਾ ਨਹਿ ਚੌਧਰ ਬਣੇ, ਝੂਠ ਬਿਨਾ ਨਾ ਹੋਏ ਗੁਜ਼ਾਰਨ। ਜੀਵਨ ਦਾਤਾ ਗੁਰੂ ਜੀ ਨੇ ਕਿਹਾ ਕਿ ਚੌਧਰ ਚਲਾਉਣ ਲਈ ਜਿਤਨਾ ਮਰਜ਼ੀ ਝੂਠ ਬੋਲੀ ਜਾਓ, ਪਰ ਸੰਗਤ ਵਿੱਚ ਜਾ ਕੇ ਦੱਸ ਦਿਆ ਕਰੋ। ਕੁਝ ਦਿਨ ਤਾਂ ਇੰਜ ਕਰਦੇ ਰਹੇ, ਪਰ ਬਹੁਤ ਸ਼ਰਮ ਆਵੇ ਨੇ। 6 ਮਹੀਨਿਆਂ ਵਿੱਚ
शुद्ध भंडार हो गए। भाई पैड़ा छज्जल जी, भाई कद्दू जी ने बेनती की कि आप जी श्री ਅੰਮ੍ਰਿਤਸਰ ਦੀ इतनी महत्ता दृढ़ाउंदे हो, इस दा की कारण है। महाराज ने कहा, बाकी तीर्थां ते नाम सिमरन रुक गया सी, थान सट सब भ्रिष्ट होए। शब्द दी विचार ਅੰਮ੍ਰਿਤਸਰ ही हुंदी है, गुरमत दृढ़ हुंदी है। रुकिया सिमरन इत्थे चल पैंदा है, इत्थे सदा मिलाप ही मिलाप है। बाकी थावां ते निरा करम कांड अते दान पुण्य ते जोर है। जो हंकार दी सीढ़ी है, इत्थों सिमरन दी लाग लगा के गुर सिखण की सेवा करिए, तज हंकार निमरता धरिए। उन्हें ऐसा प्रेम पाया कि इलाके विच जाके सिੱਖੀ दृढ़ कराई। एक होर पुछ दे उत्तर विच भाई ढेसी अते जोध जी नूं कहा सी कि श्री ਅੰਮ੍ਰਿਤਸਰ नाम को तीर्थ है। श्री हरमंदर साहिब इस सरोवर विच जहाज सम है अते नाम ही मला है। बीच जहाज सम श्री हरमंदर, जिस सो नाम मुहाना सुंदर। मर्यादा पक्की करनी। भाई सेठा उगवंदा अते सुभागा जी ने जद यह पुछया कि जन्म ते तां आनंद साहिब दा हुक्म है, मन पिछों सानू की करना चाहिदा है। महाराज ने कहा कि यह भी गुरु अमरदास जी हुक्म कर गए सन। पीछे कीर्तन करियो निर्बाण जियो, मिरत पाछे यह रीत सु करो, गुरु ग्रंथ का पाठ सो धरो। गुरु ग्रंथ साहिब दी भीड़ उस समय बज चुकी सी। सोग नहीं करना, अरदास करके दाह संस्कार कर देना, फिर कड़ाह प्रसाद करके सारे छकना। मृतक पाछे कर अरदास, करहो करा को मुख ग्रास। वरत रखण बारे हुक्म कीता है कि साडे घर संजम है। संजम सो आहार नित करीबै, एक इकादशी सिख वरत धरीबै। ओह तां 15 दिन बाद वरत रखता है, सिख दा रोज़ ही वरत है। ब्राह्मणी रीत बिल्कुल नहीं करनी, ओह तां तन दे अभिमानी हैं, सिख आत्म ज्ञानी है। विपर जात तन के अभिमानी, गुरसिख होवत आत्म ज्ञानी। शरीर दा कादा हंकार, यह तां चम नाल ही बिनस गया। पिंड नहीं भरने, तरपण गायत्री दा पाठ नहीं करना, फुੱਲ नहीं पाउणे, दीवे नहीं बालने, सिर्फ सतनाम दा जाप करना, यह वाहिगुरू दे चरनां विच निवास बख्शेगा। तुम सतनाम जपो सुख रासा, पहुँचे वाहिगुरू पग पासा। बाबा बुढ़ा जी पास गुरु हरगोबिंद जी नूं पढ़ने पाउणा। गुरु हरगोबिंद जी जद 5 सालां दे होए तां गुरु अर्जन देव जी बालक नूं नाल लैके बाबा जी पास पिंड गए अते कहा, ਇਹ सकल प्रसाद ਵਰਤਾਓ, हरगोबिंद आप पढ़ाओ। बाबा जी निमरता विच कहन लगे, मैनू की आउंदा है, मैं तां घास को राखा। गुरु जी ने कहा, जो तुहानू आउंदा है किसे होर नू नहीं आउंदा, तुम सकल सख्त को राखे। बाबा बुढ़ा जी ने आप 35 फट्टी ते लिख के गुरु हरगोबिंद जी नूं दित्ती। शस्त्र विद्या लई भाई पिरागा जी नियत कीते गए। गंगा सहगल जी घोड़सवारी अते होर युद्ध विद्या सिखाउंदे रहे। भाई गुरदास जी गुरबाणी अते होर भाव दर्शाउंदे रहे। सब सिद्धन कीआ प्रणाम। गुरु नानक देव जी ने सिद्धां नूं सिद्धे राह पाया सी। उन्हां देख लिया सी कि नानक नाम ही कलयुग विच सुखाला है अते ਇਹ ਕਹਿੰਦੇ ਮੁੜੇ ਸਨ, ਧੰਨ ਨਾਨਕ ਤੇਰੀ ਵੱਡੀ ਵਡਿਆਈ। ਕੁਝ ਮੁਖੀ ਸਿੱਧ ਅੰਮ੍ਰਿਤਸਰ ਦੀ ਮਹਿਮਾ ਸੁਣ ਗੁਰੂ अर्जन देव जी के दर्शनों नूं आए अते गृह सतभाव विच गुरु जी नूं विचरदे देख कहन लगे, बिन जत जोग सिद्ध नहीं कोई, बिन सिद्ध जोग ज्ञान नहीं होए, बिन ज्ञान मुक्त नहीं पावे। महाराज ने फरमाया कि सारा निर्णय गुरु नानक जी कर गए सन अते फिर गुरु अमरदास जी ने आनंद साहिब विच खोल समझाया है। नेत्र सरवण रसना 5 कर्म इंद्री 5 ਗਿਆਨ ਇੰਦਰੀਆਂ ਨੂੰ ਸ਼ਬਦ ਵਿਚਾਰ ਨਾਲ ਕਾਬੂ ਕਰਨ ਦੀ ਜਾਂਚ ਗੁਰੂ ਜੀ ਨੇ ਸਿੱਖਾਂ ਨੂੰ ਸਿਖਲਾ ਦਿੱਤੀ। ਤੁਹਾਡਾ ਤਰੀਕਾ ਕੁੰਡਲੀਨੀ ਦੁਆਰਾ ਜ਼ੋਰ ਨਾਲ ਮੋਖ ਦੁਆਰ ਖੋਲ੍ਹਣ ਦਾ ਹੈ। ਸਾਡਾ ਤਰੀਕਾ ਜ਼ੋਰ ਵਾਲਾ ਨਹੀਂ, ਕੁੰਡਲੀਨੀ ਦੀ ਬਜਾਏ ਗੁਰੂ ਸ਼ਬਦ ਦੀ ਸਹਾਇਤਾ ਨਾਲ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਗੁਰੂ ਅਮਰਦਾਸ ਜੀ ਦਾ ਹੀ ਫਰਮਾਨ ਹੈ, 9 ਦਰਵਾਜ਼ੇ ਕਾਇਆ ਕੋਟ ਹੈ, 10ਵੇਂ ਗੁਪਤ ਰੱਖੀਆ, ਬਜਰ ਕਪਾਟ ਨਾ ਖੁੱਲ੍ਹਣੀ, गुरु शब्द खलीजै। उन्हां जद आपू श्री ਅੰਮ੍ਰਿਤਸਰ विखे गुरु जी की नित किरिया अते कमल वांगू निर्लेप डिठा तां गुरु करनी अगे सिर झुकाया। महिमा प्रकाश दे कथन अनुसार, सब सिद्धन तिन किया प्रणाम, यह बड़े जति जग में नहकाम। सब सतगुर जी पह उस्तत कहे,
ਇਹ ਗ੍ਰਹਿ ਮਹਿ ਜਤੀ ਬੜ ਅਹਿ, ਇਨ ਸਮ ਜਤੀ ਜਗ ਮੋ ਕੋ ਨਾਹੀ, ਜਿਉ ਰਹੇ ਕਮਲ ਜਲ ਇਮ ਗ੍ਰਹਿ ਮਾਹੀ। ਭਾਗ 10ਵਾਂ। ਸ਼ਬਦ ਪ੍ਰਕਾਸ਼ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੰਨਣੀ। 60 ਕੁ ਸਾਲ ਹੋਏ ਡਾਕਟਰ ਗੋਕਲ ਚੰਦ ਨਾਰੰਗ ਨੇ ਗੁਰੂ ਸਾਹਿਬਾਨ ਸੰਬੰਧੀ ਇੱਕ ਪੁਸਤਕ ਲਿਖੀ, ਜਿਸ ਦਾ ਨਾਂ ਉਸਨੇ ਟਰਾਂਸਫੋਰਮੇਸ਼ਨ ਆਫ ਸਿੱਖੀਜ਼ ਰੱਖਿਆ। ਉਸ ਦਾ ਕਹਿਣਾ ਸੀ ਕਿ ਸਿੱਖ ਇਤਿਹਾਸ ਪਰਿਵਰਤਨ ਦਾ ਇਤਿਹਾਸ ਹੈ। ਭਾਵੇਂ ਉਸ ਆਪ ਕਿਸੇ ਹੋਰ ਪ੍ਰਸੰਗ ਵਿੱਚ ਲਿਖਿਆ ਕਿ ਜਿਸ ਬੀਜ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ, ਉਸ ਦੀ ਬਿਜਾਈ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਅਤੇ 8 ਗੁਰੂ ਸਾਹਿਬਾਨ ਨੇ ਉਸ ਨੂੰ ਸਿੰਚਿਆ ਸੀ। ਜਿਸ ਤੇਗ ਨੇ ਖਾਲਸੇ ਦੀ ਸ਼ਾਨ ਫੈਲਾਈ ਸੀ, ਉਸ ਨੂੰ ਤਿਆਰ ਜ਼ਰੂਰ ਗੁਰੂ ਗੋਬਿੰਦ ਜੀ ਨੇ ਕੀਤਾ ਸੀ, ਪਰ ਫੌਲਾਦ ਗੁਰੂ ਨਾਨਕ ਜੀ ਕਮਾ ਕੇ ਦੇ ਗਏ ਸਨ। ਕਹਿੰਦਾ ਉਹ ਪਰਿਵਰਤਨ ਹੀ ਰਿਹਾ। ਫਿਰ 40 ਸਾਲ ਹੋਏ। ਪ੍ਰੋਫੈਸਰ ਇੰਦੂ ਭੂਸ਼ਣ ਬੈਨਰਜੀ ਨੇ 2 ਹਿੱਸਿਆਂ ਵਿੱਚ ਸਿੱਖ ਇਤਿਹਾਸ ਲਿਖਿਆ। ਆਪਣੀਆਂ ਪੁਸਤਕਾਂ ਦਾ ਨਾਂ ਉਸਨੇ ਐਵੋਲਿਊਸ਼ਨ ਆਫ ਦੀ ਖਾਲਸਾ ਰੱਖਿਆ। ਉਸ ਦਾ ਲਿਖਣਾ ਸੀ ਕਿ ਸਹਿਜੇ ਸਹਿਜੇ ਵਿਕਾਸ ਹੋਇਆ ਅਤੇ ਖਾਲਸਾ ਸਿਰਜਿਆ ਗਿਆ, ਪਰ ਇਹ ਵੀ ਕੋਈ ਢੁਕਵੀਂ ਦਲੀਲ ਨਹੀਂ ਸੀ। ਸੱਚ ਦਾ ਕਦੇ ਵਿਕਾਸ ਨਹੀਂ ਹੁੰਦਾ। ਉਹ ਆਦਿ ਵੀ ਸੱਚ ਹੈ, ਹੁਣ ਵੀ ਸੱਚ ਹੈ ਅਤੇ ਕੱਲ੍ਹ ਵੀ ਸੱਚ ਹੋਵੇਗਾ। ਅਸਲ ਨੁਕਤਾ ਪ੍ਰਿੰਸੀਪਲ ਤੇਜਾ ਸਿੰਘ ਨੇ ਪਕੜਿਆ। ਉਹਨਾਂ ਕਿਹਾ ਕਿ ਨਾ ਹੀ ਸਿੱਖ ਇਤਿਹਾਸਕਾਰ ਕੋਈ ਪਰਿਵਰਤਨ ਹੈ, ਨਾ ਵਿਕਾਸ। ਇਹ ਤਾਂ ਜ਼ਿੰਮੇਵਾਰੀ ਉਠਾਉਣ ਲਈ ਸਿੱਖ ਤਿਆਰ ਕਰਨ ਦਾ ਇਤਿਹਾਸ ਹੈ। ਗਰੋਥ ਆਫ ਰਿਸਪੌਂਸਿਬਿਲਿਟੀ ਇਨ ਸਿੱਖੀਜ਼ ਦਾ ਨਾਂ ਉਹਨਾਂ ਆਪਣੀ ਇੱਕ ਪੁਸਤਕ ਨੂੰ ਦਿੱਤਾ। ਜਦ ਕੌਮਾਂ ਜ਼ਿੰਮੇਵਾਰੀ ਚੁੱਕਣ ਯੋਗ ਹੁੰਦੀਆਂ ਹਨ ਤਾਂ ਲਿਖਤੀ ਰੂਪ ਵਿੱਚ ਵਿਧਾਨ ਤਿਆਰ ਕਰਦੀਆਂ ਹਨ। ਜਦ ਉਹ ਜ਼ਿੰਮੇਵਾਰ ਨਹੀਂ ਰਹਿੰਦੀਆਂ ਤਾਂ ਇੱਕ ਪੁਰਖੀ ਰਾਜ ਹੋ ਜਾਂਦਾ ਹੈ ਜਾਂ ਜੁੰਡਲੀ ਦਾ। ਗੁਰੂ ਨਾਨਕ ਜੀ ਸ਼ਬਦ ਦਾ ਪਰਚਾ ਲੈ ਕੇ ਆਏ ਸਨ ਅਤੇ ਸ਼ਬਦ ਦੇ ਹੀ ਲੜ ਲਗਾਉਣ ਦਾ ਉਪਰਾਲਾ ਸਾਰੀ ਉਮਰ ਕਰਦੇ ਰਹੇ। ਸ਼ਬਦ ਨਾਲ ਹੀ ਸਿੱਧ ਮੰਡਲੀ ਤੇ ਸਾਰੀ ਸ੍ਰਿਸ਼ਟੀ ਜਿੱਤੀ। ਸ਼ਬਦ ਦੀ ਜ਼ਿੰਮੇਵਾਰੀ ਉਠਾਉਣ ਲਈ ਸਿੱਖ ਅਜੇ ਤਿਆਰ ਨਹੀਂ ਸਨ ਹੋਏ। ਉਹਨਾਂ ਜਦ ਭਾਈ ਲਹਿਣਾ ਡਿੱਠਾ ਤਾਂ ਉਸ ਨੂੰ ਸ਼ਬਦ ਦੀ ਥਾਪਣਾ ਦੇ ਕਰ ਜੋਤੀ ਜੋਤ ਸਮਾ ਗਏ। ਫਿਰ ਇਹ ਸ਼ਬਦ ਜੋਤ ਖਡੂਰ ਤੋਂ ਗੋਇੰਦਵਾਲ ਅਤੇ ਫਿਰ ਅੰਮ੍ਰਿਤਸਰ ਆ ਟਿਕੀ। ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦਾ ਕੇਂਦਰੀ ਸਥਾਨ ਸਥਾਪਨ ਕਰਨ ਉਪਰੰਤ ਗੁਰਮਤਿ ਦੇ ਗ੍ਰੰਥ ਦੀ ਬੀੜ ਬੰਨਣ ਦਾ ਫੈਸਲਾ ਕੀਤਾ। ਗ੍ਰੰਥ ਵਿੱਚ ਵਿਧਾਨ ਵਾਂਗੂ ਇੱਕ ਸੰਚੇ ਵਿੱਚ ਇਕੱਤਰਤ ਕਰਕੇ ਮੁਹਰ ਲਗਾ ਦਿੱਤੀ। ਜ਼ਿੰਮੇਵਾਰੀ ਚੁੱਕਣ ਯੋਗ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਾ ਸੰਕੋਚ ਲਿਆ ਅਤੇ ਇਸ ਦੀ ਜ਼ਿੰਮੇਵਾਰੀ ਸਾਰੇ ਪੰਥ ਨੂੰ 50 ਪਿਆਰਿਆਂ ਰਾਹੀਂ ਸੌਂਪ ਦਿੱਤੀ। ਬਾਣੀ ਨੂੰ ਇੱਕ ਥਾਵੇਂ ਕਰਨ ਦਾ ਉਪਰਾਲਾ ਆਪ ਗੁਰੂ ਨਾਨਕ ਦੇਵ ਜੀ ਆਰੰਭ ਕਰ ਗਏ ਸਨ। ਜਿਸ ਕਿਤਾਬ ਵੱਲ ਹਾਜੀਆਂ ਮੱਕੇ ਵਿਖੇ ਇਸ਼ਾਰਾ ਕੀਤਾ ਸੀ, ਉਹ ਕਿਤਾਬ ਬਾਣੀ ਦਾ ਹੀ ਸੰਗ੍ਰਹਿ ਸੀ। ਭਗਤ ਬਾਣੀ ਵੀ ਗੁਰੂ ਨਾਨਕ ਦੇਵ ਜੀ ਨੇ ਭਗਤਾਂ ਦੇ ਟਿਕਾਣਿਆਂ ਤੇ ਜਾ ਕੇ ਉਹਨਾਂ ਕੋਲੋਂ ਜਾਂ ਉਹਨਾਂ ਦੇ ਜਾਣਸ਼ੀਨਾਂ ਕੋਲੋਂ ਲਿਖ ਇਕੱਠੀ ਕਰ ਲਈ। ਟੱਕਰਵੀਂ ਨਜ਼ਰ ਮਾਰਨ ਤੇ ਸੰਪਾਦਕੀ ਟੂਕ ਦੇਣ ਦਾ ਕਾਰਜ ਵੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਆਰੰਭ ਕੀਤਾ ਸੀ। ਇੱਥੇ ਇੱਕ ਉਦਾਹਰਣ ਵੀ ਬਹੁਤ ਹੋਵੇਗੀ। ਫਰੀਦ ਜੀ ਨੇ ਉਚਾਰਿਆ ਸੀ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਠੇ ਹਾਥ ਨਾ ਲਾਏ ਕਰਨ ਬਹੇਲਾ, ਜਲ ਜਾਸੀ ਢੋਲਾ। ਗੁਰੂ ਨਾਨਕ ਜੀ ਨੇ ਉਸੇ ਰਾਗ ਵਿੱਚ ਤਸਵੀਰ ਦਾ ਦੂਜਾ ਪਾਸਾ ਦਿਖਲਾ ਦਿੱਤਾ ਸੀ। ਜਪ ਤਪ ਕਾ ਬੰਧਨ ਬੇਡੂਲਾ ਜਿਤ, ਲੰਘਿਆ ਵਹੇਲਾ, ਨਾ ਸਰਵਰ ਨਾ ਉਛਲੇ ਐਸਾ ਪੰਥ ਸਹੇਲਾ, ਤੇਰਾ ਏਕੋ ਨਾਮ ਮਜੀਠੜਾ, ਰਤਾ ਮੇਰਾ ਚੋਲਾ, ਸਦ ਰੰਗ ਢੋਲ ਰਹਾਓ। ਭਗਤ ਬੇਣੀ ਨੇ ਕਿਹਾ ਸੀ, ਕਹਿ ਬੇਣੀ ਗੁਰਮੁਖ ਧਿਆਵੇ, ਵਿਣ ਸਤਿਗੁਰ ਬਾਟ ਨਾ ਪਾਵੇ। ਤਾਂ ਆਪ ਜੀ ਨੇ ਠੀਕ ਕਿਹਾ ਹੈ, ਸਤਿਗੁਰ ਤੋਂ ਬਗੈਰ ਵਾਟ ਨਹੀਂ ਮਿਲਦੀ, ਪਰ ਲੋੜ ਨਿਸ਼ਚੇ ਦੀ ਹੈ। ਕਹੋ ਨਾਨਕ ਨਿਸ਼ਚਉ ਧਿਆਓ, ਵਿਣ ਸਤਿਗੁਰ ਵਾਟ ਨਾ ਪਾਵੇ। ਉਸ ਪੋਥੀ ਸਾਹਿਬ ਨੂੰ ਆਪੂ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਜੀ ਨੂੰ ਸੌਂਪ ਗਏ ਸਨ। ਬਾਣੀ ਲਿਖ ਪ੍ਰਚਾਰਨ ਦੀ ਸੋਚ ਅਤੇ ਉਤਸ਼ਾਹ ਗੁਰੂ ਅੰਗਦ ਜੀ ਨੂੰ ਹੀ ਸੁੱਝਿਆ ਸੀ। ਉਹਨਾਂ ਗੁਰਮੁਖੀ ਵਰਨਮਾਲਾ ਦੇ ਮੁਤਾਬਕ ਗੁਰਬਾਣੀ ਦੀਆਂ ਤੁਕਾਂ ਦਾ ਪ੍ਰਚਾਰ ਕੀਤਾ ਅਤੇ ਕਰਵਾਇਆ ਸੀ। ਉਹਨਾਂ ਆਪਣੀ ਬਾਣੀ ਜੋ ਸ਼ਲੋਕਾਂ ਵਿੱਚ ਉਹ ਪੋਥੀ ਵਿੱਚ ਲਿਖ ਕੇ ਸਾਰਾ ਖਜ਼ਾਨਾ ਗੁਰੂ ਅਮਰਦਾਸ ਜੀ ਦੇ ਹਵਾਲੇ ਕਰ ਦਿੱਤਾ ਸੀ। ਗੁਰੂ ਅਮਰਦਾਸ ਜੀ ਨੇ ਵੀ ਟਾਕਰਵੀਂ ਨਜ਼ਰ ਪਾਉਣੀ ਜਾਰੀ ਰੱਖੀ। ਪਹਿਲੀ ਪੋਥੀ ਦੀ ਸੰਪਾਦਨਾ ਗੁਰੂ ਅਮਰਦਾਸ ਜੀ ਨੇ ਹੀ ਕੀਤੀ। 2 ਉਦਾਹਰਨਾਂ ਦੇਣੀਆਂ ਕੁਥਾਨੀ ਹੀ ਹੋਣਗੀਆਂ। ਸ਼ਲੋਕ ਵਾਰਾਂ ਤੇ ਵਧੀਕ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ 6 ਲਫ਼ਜ਼ਾਂ ਦਾ ਸ਼ਲੋਕ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਗੁਰੂ ਅਮਰਦਾਸ ਜੀ ਨੇ ਨਾਲ ਹੀ ਆਪਣਾ ਉਚਾਰਿਆ ਸ਼ਲੋਕ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਲਿਖ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਲਾਹੌਰ ਸ਼ਹਿਰ ਵਿੱਚ ਨਾ ਅੰਮ੍ਰਿਤ ਵੇਲਾ ਹੈ, ਨਾ ਕੋਈ ਪਰ ਲਈ ਦਰਦ,
ਸਿਰਫ ਚੀਕ ਚਿਹਾੜਾ ਹੀ ਹੈ। ਤੀਜੇ ਪਾਤਸ਼ਾਹ ਨੇ ਲਿਖਿਆ ਕਿ ਲਾਹੌਰ ਨਿਰੋਲ ਇੱਕ ਸ਼ਹਿਰ ਹੀ ਹੈ, ਪਰ ਅੰਮ੍ਰਿਤਸਰ ਸਿਫਤੀ ਦਾ ਘਰ ਹੈ। ਬਾਬਾ ਫਰੀਦ ਜੀ ਨੇ ਲਿਖਿਆ ਸੀ, ਰਤੀ ਰਤ ਨ ਨਿਕਲੇ ਜੇ ਤਨ ਚੀਰੇ ਕੋਈ। ਭਾਵ ਸਪਸ਼ਟ ਨਹੀਂ ਸੀ। ਗੁਰੂ ਅਮਰਦਾਸ ਜੀ ਨੇ ਲਿਖਿਆ, ਫਰੀਦ ਜੀ ਕੋਈ ਤਨ ਬਗੈਰ ਰਤ ਤੋਂ ਨਹੀਂ ਹੋ ਸਕਦਾ। ਜੋ ਆਪਣੇ ਸਾਈਂ ਨਾਲ ਜੁੜੇ ਰਹਿੰਦੇ ਹਨ, ਉਹਨਾਂ ਵਿੱਚ ਲੋਭ ਰਤ ਨਹੀਂ ਹੁੰਦੀ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨ ਹੋਏ। ਜੇ ਸਹੁ ਰਤੇ ਆਪਣੇ, ਤਿੰਨ ਤਨ ਲੋਭ ਰਤ ਨ ਹੋਏ। ਗੁਰੂ ਰਾਮਦਾਸ ਜੀ ਨੂੰ ਇਹ ਸਾਰਾ ਖਜ਼ਾਨਾ ਗੁਰੂ ਅਮਰਦਾਸ ਜੀ ਨੇ ਸੌਂਪ ਦਿੱਤਾ। ਇਹ ਠੀਕ ਨਹੀਂ ਹੈ ਕਿ ਪੋਥੀਆਂ ਮੋਹਨ ਜੀ ਕੋਲ ਸਨ, ਜਾਂ ਗੁਰੂ ਅਰਜਨ ਜੀ ਲੈਣ ਗਏ, ਜਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਮੋਹਨ ਜੀ ਦੀ ਉਸਤਤ ਵਿੱਚ ਗਾਵਿਆਂ ਤਾਂ ਮੋਹਨ ਨੇ ਚੁਬਾਰਾ ਖੋਲ੍ਹਿਆ। ਦੂਜੀ ਪੌੜੀ, ਮੋਹਨ ਤੁਧ ਸਤ ਸੰਗ ਧਿਆਵੇ। ਗਾਈ ਤਾਂ ਹੇਠਾਂ ਦਾ ਦਰਵਾਜ਼ਾ ਖੋਲ੍ਹਿਆ, ਅਤੇ ਜਦ ਤੀਜੀ ਚੌਥੀ ਗਾਈ ਤਾਂ ਪੋਥੀਆਂ ਲੈ ਕੇ ਮੋਹਨ ਜੀ ਆ ਗਏ। ਲੱਗਦਾ ਇੰਜ ਹੈ ਕਿ ਪੋਥੀ ਸਾਹਿਬ ਇੱਕ ਸੀ, ਉਸ ਵਿੱਚ ਕਿਸੇ ਤਰਤੀਬ ਨਾਲ ਬਾਣੀ ਨਹੀਂ ਸੀ ਚੜ੍ਹੀ ਹੋਈ। ਜਿਉਂ-ਜਿਉਂ ਗੁਰੂ ਸਾਹਿਬ ਸ਼ਲੋਕ ਉਚਾਰਦੇ ਰਹੇ, ਪੋਥੀ ਵਿੱਚ ਦਰਜ ਕਰਦੇ ਰਹੇ। ਮੋਹਨ ਜੀ ਕੋਲ ਇਸ ਪੋਥੀ ਸਾਹਿਬ ਦਾ ਉਤਾਰਾ ਸੀ। ਭਗਤਾਂ ਦੀ ਵੱਖ ਅਤੇ ਗੁਰੂ ਸਾਹਿਬਾਨ ਦੀ ਵੱਖ ਸੀ। ਬੜੀ ਲਗਨ ਨਾਲ ਉਹਨਾਂ ਪੋਥੀਆਂ ਤਿਆਰ ਕੀਤੀਆਂ ਸਨ। ਜਦ ਗੁਰੂ ਜੀ ਆਪੂ ਪੋਥੀਆਂ ਲੈਣ ਆਏ ਤਾਂ ਉਹਨਾਂ ਚਾਅ ਨਾਲ ਦਿੱਤੀਆਂ। ਮੋਹਨ ਜੀ ਤਾਂ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਹਿੱਤ ਕਰਦੇ ਸਨ। ਬੰਸਾਵਲੀ ਨਾਮਾਂ ਦੀ ਗਵਾਹੀ ਹੈ। ਗੁਰੂ ਅਰਜਨ ਜੀ ਦਾ ਮੋਹਨ ਨਾਲ ਵੱਡਾ ਸੀ ਪਿਆਰ। ਪੁੱਤਰ ਮਾਮੇ ਦਾ ਲੱਗੇ ਭਾਈ ਸਾਧ ਸੰਤ ਕਾ ਹਿਤਕਾਰ। ਬੀੜ ਦਾ ਬੰਨਣਾ ਵੀ ਉਸੇ ਇਤਿਹਾਸਿਕ ਲਹਿਰ ਦਾ ਹਿੱਸਾ ਸੀ ਜੋ ਸੁਲਤਾਨਪੁਰ ਤੋਂ ਗੁਰੂ ਨਾਨਕ ਨੇ ਸ਼ੁਰੂ ਕੀਤੀ ਸੀ। ਪਰ ਨਿਰਣਾ ਉਸੇ ਸਮੇਂ ਲਿਆ ਲੱਗਦਾ ਹੈ ਜਦ ਬਾਬਾ ਪ੍ਰਿਥੀ ਚੰਦ ਨੇ ਹੇਹਰੀ ਸ਼੍ਰੀ ਦਰਬਾਰ ਸਾਹਿਬ ਦੀ ਸ਼ਕਲ ਦਾ ਹਰਮੰਦਰ ਅਤੇ ਤਲਾਬ ਬਣਾ ਦਿੱਤਾ ਸੀ, ਅਤੇ ਦੁੱਖ ਭੰਜਨੀ ਦੀ ਥਾਂ ਦੁੱਖ ਨਿਵਾਰਨ ਵੀ ਉਸਾਰ ਲਿਆ ਸੀ। ਪੋਥੀ ਸਾਹਿਬ ਦੇ ਟਾਕਰੇ ਲਈ ਪੋਥੀ ਵੀ ਰਚ ਲਈ। ਮਿਹਰਬਾਨ ਤਾਂ ਇੱਥੋਂ ਤੱਕ ਨਿੱਘਰ ਗਿਆ ਸੀ ਕਿ ਉਹ ਪੀਰਾਂ ਪੈਗੰਬਰਾਂ ਦੀਆਂ ਵਾਰਾਂ ਰਚ ਆਪਣੀ ਪੋਥੀ ਵਿੱਚ ਲਿਖ ਪ੍ਰਚਾਰ ਕਰ ਰਿਹਾ ਸੀ। ਉਸ ਨੇ ਤਾਂ ਵਾਕ ਪੀਰਾਂ ਦੀ ਆਦ ਰਾਮਾਇਣ, ਆਦ ਮਹਾਭਾਰਤ, ਆਦ ਕਥਾ ਹਜ਼ਰਤ ਮੁਹੰਮਦ ਸਾਹਿਬ ਕੀ, ਕਥਾ ਇਮਾਮ ਹਸਨ ਹੁਸੈਨ ਕੀ ਪ੍ਰਚਲਿਤ ਵੀ ਕਰ ਦਿੱਤੀਆਂ ਸਨ। ਭੁਲੇਖਾ ਪੈ ਜਾਣਾ ਕੁਦਰਤੀ ਸੀ। ਨਾਨਕ ਨਾਮ ਦੀ ਛਾਪ ਵੀ ਉਸ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਜਿਵੇਂ ਆਪਣੇ ਇੱਕ ਦੋਸਤ ਕਾਹਨਾ ਭਗਤ ਦੀ ਉਸਤਤ ਵਿੱਚ ਉਸ ਲਿਖ ਮਾਰਿਆ, ਸੂਰਦਾਸ ਦਾਤੂ ਜਸਕੀਨਾ, ਕਾਨ ਦਾਸ ਤੇਰੇ ਨਾਮ ਸੰਗਲੀਨਾ, ਨੇਤ ਨੇਤ ਕਹਿ ਵੇਦ ਸੁਣਾਵੇ, ਸੰਤ ਧੂਰ ਨਾਨਕ ਜਨ ਪਾਵੇ। ਇਹ ਕਾਹਨਾ ਉਹ ਹੀ ਸੀ ਜਿਸ ਦੀ ਰਚਨਾ ਗੁਰੂ ਪੰਜਵੇਂ ਨੇ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਠੀਕ ਹੈ ਕਿ ਕੱਚੀ ਸੱਚੀ ਬਾਣੀ ਸਿੱਖ ਤਾਂ ਪਹਿਚਾਣ ਲੈਂਦੇ ਸਨ, ਪਰ ਕੋਈ ਪੜ੍ਹ ਜਾਏ ਤਾਂ ਉਹਨਾਂ ਲਈ ਬਹੁਤ ਕਠਿਨਾਈ ਆ ਜਾਂਦੀ ਸੀ। ਸਧਾਰਨ ਸਿੱਖ ਲਈ ਨਿਰਣਾ ਲੈਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਸੀ। ਪਾਣੀ ਸਿਰੋਂ ਲੰਘ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬੀੜ ਹੁਣ ਸਾਡੇ ਪਾਸ ਹੁੰਦਿਆਂ ਵੀ ਕਈ ਰਾਗੀ ਪ੍ਰਚਾਰਕ ਵੱਧ ਘੱਟ ਤੁਕਾਂ ਪੜ੍ਹ ਜਾਂਦੇ ਹਨ। ਉਸ ਵੇਲੇ ਜਦ ਬੀੜ ਨਹੀਂ ਸੀ ਬੱਜੀ, ਕਿਤਨੀ ਔਕੜ ਹੋਵੇਗੀ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਸਾਖੀ ਵੀ ਆਉਂਦੀ ਹੈ ਕਿ ਭਾਈ ਗੋਪੀ ਮਹਿਤਾ, ਭਾਈ ਤੀਰਥ, ਭਾਈ ਨੱਥਾ, ਭਾਈ ਭਾਓ ਮੁਕਲ, ਭਾਈ ਢਿੱਲੀ ਜੀ ਗੁਰੂ ਜੀ ਪਾਸ ਆਏ ਅਤੇ ਬੇਨਤੀ ਕੀਤੀ, ਜੀ ਸੱਚੇ ਪਾਤਸ਼ਾਹ, ਗੁਰੂ ਦੀ ਬਾਣੀ ਨੂੰ ਸੁਣ ਕੇ ਹੀ ਤਾਂ ਭੈ ਪ੍ਰਾਪਤ ਹੁੰਦਾ ਹੈ, ਪਰ ਪ੍ਰਿਥੀ ਮਲ ਤੇ ਮਹਾਦੇਵ ਅਤੇ ਹੋਰ ਸੋਢੀਆਂ ਬਾਣੀ ਰਚ ਕੇ ਵਿੱਚ ਗੁਰੂ ਨਾਨਕ ਜੀ ਦਾ ਭੋਗ ਪਾਇਆ ਹੈ। ਉਹਨਾਂ ਦਾ ਜਦ ਨਾਂ ਸੁਣਦੇ ਹਾਂ ਤਾਂ ਚਤਰਾਈ ਅਤੇ ਅਭਿਮਾਨ ਵੱਧਦਾ ਹੈ। ਇਹ ਸੁਣ ਕੇ ਗੁਰੂ ਜੀ ਨੇ ਬਚਨ ਬਾਣੀਆਂ ਨੂੰ ਗੁਰਸਿੱਖ ਜਾਣਨੇ ਹਨ, ਅੱਗੋਂ ਜੋ ਹੋਵਣਗੇ ਸੋ ਪਛਾਣਨਗੇ ਨਹੀਂ। ਜੋ ਗੁਰੂ ਜੀ ਕੀ ਬਾਣੀ ਕੌਣ ਹੈ ਅਤੇ ਬਾਹਰ ਕੀ ਕੌਣ ਹੈ, ਤਾਂ ਸਭ ਬਾਣੀਆਂ ਇਕੱਠੀਆਂ ਕਰਕੇ ਗ੍ਰੰਥ ਜੀ ਦੀ ਬੀੜ ਕੀਚੇ ਅਤੇ ਅੱਖਰ ਵੀ ਗੁਰਮੁਖੀ ਸੁੰਗਮ ਕਿੰਚਨ। ਬੰਸਾਵਾਲੀ ਨਾਮੇ ਵਿੱਚ ਵੀ ਇਸੇ ਪ੍ਰਕਾਰ ਦੀ ਗਵਾਹੀ ਭਰੀ ਹੈ। ਜਦ ਸਿੱਖ ਆਪ ਕੀਰਤਨ ਕਰਨ ਲੱਗ ਪਏ ਸਨ ਤਾਂ ਇੱਕ ਦਿਵਸ ਇੱਕ ਸਿੱਖ ਨੇ ਸ਼ਬਦ ਮਿਹਰਵਾਨ ਦਾ ਕੀਰਤਨ ਵਿੱਚ ਪੜ੍ਹਿਆ। ਉਹ ਗੁਰੂ ਅਰਜਨ ਜੀ ਦੀ ਸਰਵਣੀ ਪਿਆ ਬਚਨ ਕੀਤਾ, ਭਾਈ ਗੁਰਦਾਸ, ਗੁਰੂ ਦੀ ਬਾਣੀ ਜੁਦਾ ਕਰੀਏ, ਮੀਨੇ ਪਾਂਦੇ ਨਿਰਲਾ, ਸੋ ਵਿੱਚ ਰਲਾ ਨਾ ਧਰੀਏ। ਮੀਣਿਆਂ ਨੇ ਇੱਕ ਗ੍ਰੰਥ ਬਣਾ ਵੀ ਲਿਆ ਸੀ, ਜਿਸ ਵਿੱਚ ਚਲਾਕੀ ਇਹ ਕੀਤੀ ਸੀ ਕਿ ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਪਾ ਕੇ ਆਪਣੇ ਨਾਲ ਰਲਾ ਦਿੱਤੇ ਸਨ। ਮੀਣਿਆਂ ਵੀ ਇੱਕ ਪੁਸਤਕ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਬਾਣੀ ਵਿੱਚ ਲਿਖ ਪਾਇਆ। ਮਹਿਮਾ ਪ੍ਰਕਾਸ਼ ਨੇ ਜਿੱਥੇ ਇਹ ਸਾਚੀ ਝੂਠੀ ਅੱਡ ਅੱਡ ਕਰਨ ਦੀ ਗੱਲ ਆਖੀ ਹੈ, ਉੱਥੇ ਪੰਥ ਲਈ ਗ੍ਰੰਥ ਰਚਨਾ ਜ਼ਰੂਰੀ ਕਿਹਾ। ਇੱਕ ਦਿਨ ਪਾਤਸ਼ਾਹ ਦਇਆ ਦੇ ਘਰ ਬੈਠੇ ਹੋਏ ਸਨ। ਪ੍ਰਾਤਹਿ ਕਾਲਾ ਦਇਆ ਭਰੇ ਪ੍ਰਭ ਦੀਨ ਦਿਆਲਾ, ਯਹ ਮਨ ਉਪਜੀ ਪ੍ਰਗਟਿਓ ਜਗ ਪੰਥ,
तह कारण कीजे अब ग्रंथ। भाई गुरदास को आज्ञा करी सब करे इकत्र बाणी एह करी। अहो बाणी भगतन की सब मेलो साची राखो झूठी पेलो। बाणी जुदा कर लिखदे देख एक वारी गुरु अर्जन देव जी ने भाई गुरदास जी कोलों पुछया भी सी कि तुसी किवें पहचान लैंदे हो कि बाणी गुरु पातशाह दी है जां इस विच रला है। भाई गुरदास जी ने बड़ी निमरता नाल उत्तर दिता सी कि ऐसी कौन अभागी इस्त्री है जो अपने भरता दी आवाज़ नहीं पहचानेगी। ਇਹ ਖਸਮ ਦੀ ਬਾਣੀ ਹੈ। ਜੇ ਕਿਧਰੇ ਨਾਲ ਲੱਗਦੇ ਕਮਰੇ ਵਿੱਚ ਕੁਝ ਮਰਦ ਬੈਠੇ ਗੱਲਾਂ ਕਰਦੇ ਹੋਣ ਤਾਂ ਇਸਤਰੀ ਨੂੰ ਆਪਣੇ ਪਤੀ ਦੀ ਆਵਾਜ਼ ਸਿੱਧੀ ਹਿਰਦੇ ਲੱਗੇਗੀ। ਬਹੁਤ ਪੁਰਖ ਮਿਲ ਬਾਤ ਬਖਾਨੇ ਨਿਜ ਭਰਤਾ ਬੋਲ ਤੇਰੀਆਂ ਪਹਿਚਾਨੇ। ਅਵਰ ਕੋ ਵਾਕ ਤਿਸ ਮਨ ਨਹੀਂ ਆਵੇ ਸੁਣ ਭਰਤਾ ਬੋਲ ਹੀਏ ਮੋਹ ਭਾਵੇ। ਮਕਾਲਫ ਦਾ ਖਿਆਲ ਹੈ ਕਿ ਬੀੜ ਬੰਨਣ ਦੇ ਮਨੋਰਥ ਵਿੱਚ ਗੁਰੂ ਜੀ ਦਾ ਇੱਕ ਇਹ ਵੀ ਸੀ ਕਿ ਦੁਨੀਆ ਨੂੰ ਦੱਸਿਆ ਜਾਵੇ ਕਿ ਸਿੱਖ ਧਰਮ ਵਿੱਚ ਇਹੋ ਜਿਹਾ ਕੋਈ ਭਰਮ ਨਹੀਂ ਅਤੇ ਹਰ ਇੱਕ ਨੇਕ ਪੁਰਸ਼ ਭਾਵੇਂ ਉਹ ਕਿਸੇ ਵੀ ਜਾਤ ਅਤੇ ਮੱਤ ਦਾ ਹੈ ਸੱਚ ਪਛਾਣ ਸਕਦਾ ਹੈ ਅਤੇ ਵਡਿਆਈ ਤੇ ਸਨਮਾਨਯੋਗ ਹੈ। ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਹੋਰ ਮਕਾਲਫ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਜੀ ਨੇ ਸੋਚਿਆ ਕਿ ਕੌਮ ਨੂੰ ਸੁਤੰਤਰ ਕਰਨ ਲਈ ਅਤੇ ਖਿਆਲਾਂ ਦੀ ਸਾਂਝ ਲਈ ਸਿੱਖਾਂ ਨੂੰ ਆਪਣੀ ਬੋਲੀ ਵਿੱਚ ਪਵਿੱਤਰ ਕਾਨੂੰਨ ਦੀ ਕਿਤਾਬ ਬਖਸ਼ੀ ਜਾਏ। ਇਸ ਮਹਾਨ ਕਾਰਜ ਲਈ ਗੁਰੂ ਜੀ ਨੇ ਉਚੇਚਾ ਇਕਾਂਤ ਵਾਲਾ ਥਾਂ ਚੁਣਿਆ। ਉਸ ਥਾਂ ਜੰਡ ਬੇਰੀ ਬੋਹੜ ਅੰਜੀਰ ਅਤੇ ਪਿੱਪਲ ਦੇ ਬ੍ਰਿਸ਼ਾਂ ਦੀ ਸੁਹਾਵਣੀ ਛਾਂ ਸੀ ਅਤੇ ਨਾਲ ਹੀ ਹਰਿਆਵਲ ਅੱਖਾਂ ਨੂੰ ਠੰਡ ਪਹੁੰਚਾਉਂਦੀ ਸੀ। ਉੱਥੇ ਹੀ ਸਰੋਵਰ ਦੀ ਖੁਦਾਈ ਕੀਤੀ ਤਾਂ ਕਿ ਠੰਡੀ ਠੰਡੀ ਹਵਾ ਰੁਮਕਦੀ ਰਹੇ। ਸਰੋਵਰ ਕੁਝ ਦਿਨਾਂ ਵਿੱਚ ਹੀ ਤਿਆਰ ਹੋ ਗਿਆ। ਨਾਮ ਰਾਮਸਰ ਰੱਖਿਆ। ਗੁਰੂ ਸਾਹਿਬ ਜਾਣਦੇ ਸਨ ਕਿ ਗ੍ਰੰਥ ਸਾਹਿਬ ਦੀ ਬੀੜ ਬੰਨਣ ਤੇ ਬਹੁਤ ਸਮਾਂ ਲੱਗਣਾ ਹੈ। ਇਸ ਲਈ ਬਾਬਾ ਬੁੱਢਾ ਜੀ ਨੂੰ ਬੀੜ ਤੋਂ ਸ਼੍ਰੀ ਅੰਮ੍ਰਿਤਸਰ ਟਿਕਾਣਾ ਕਰਨ ਲਈ ਕਿਹਾ ਤਾਂ ਕਿ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿਣ। ਰਾਮਸਰ ਅਤੇ ਹੋਰ ਸੇਵਾ ਲਈ ਉਚੇਚਾ ਭਾਈ ਬੰਨੋ ਜੀ ਨੂੰ ਲਗਾਇਆ। ਉਹ ਇੱਕ ਅਨੰਨ ਸਿੱਖ ਸਨ। ਭਾਈ ਜੀ ਸਾਂਦਲ ਦੀ ਬਾਰ ਵਿੱਚ ਰਹਿੰਦੇ ਸਨ। ਗੁਰੂ ਦੇ ਪਿਆਰੇ ਅਤੇ ਸੱਚਮੁੱਚ ਕਮਲ ਵਾਂਗ ਅਲੋਪ ਜੀਵਨ ਗੁਜ਼ਾਰ ਰਹੇ ਸਨ। ਜਦ ਉਹਨਾਂ ਨੂੰ ਖਬਰ ਹੋਈ ਕਿ ਰਾਮਸਰ ਦੀ ਉਚੇਚੀ ਰਚਨਾ ਇਸ ਕਾਰਜ ਲਈ ਕੀਤੀ ਜਾ ਰਹੀ ਹੈ ਕਿ ਗ੍ਰੰਥ ਸਾਜਣਾ ਹੈ ਤਾਂ ਪਿੰਡੋਂ ਉਚੇਚੇ ਆਏ ਅਤੇ ਸੇਵਾ ਮੰਗੀ। ਮਹਾਰਾਜ ਜੀ ਨੇ ਦੇਖਭਾਲ ਦਾ ਸਾਰਾ ਪ੍ਰਬੰਧ ਉਹਨਾਂ ਨੂੰ ਹੀ ਸੌਂਪ ਦਿੱਤਾ। ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੁੰਦੀ ਰਹੀ ਭਾਈ ਸਾਹਿਬ ਉੱਥੇ ਹੀ ਰਹੇ। ਸੇਵਾ ਇਤਨੇ ਨਹਿਕਾਮ ਅਤੇ ਨਿਰਮਾਣ ਹੋ ਕੇ ਕਰਦੇ ਸਨ ਕਿ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਦਾ। ਮੂੰਹ ਹਨੇਰੇ ਮੂੰਹ ਸਿਰ ਲਪੇਟ ਕੇ ਖੂਹ ਗੇੜਦੇ ਰਹਿੰਦੇ ਅਤੇ ਸੰਗਤਾਂ ਨੂੰ ਇਸ਼ਨਾਨ ਕਰਾਉਂਦੇ ਰਹਿੰਦੇ। ਇਹਨਾਂ ਨੂੰ ਇਸੇ ਲਈ ਗੁਰੂ ਜੀ ਨੇ ਆਪਣਾ ਪਿਆਰਾ ਸਿੱਖ ਕਿਹਾ ਸੀ। ਸਦਾ ਸੰਗਤਾਂ ਨੂੰ ਲੈ ਕੇ ਗੁਰੂ ਜੀ ਪਾਸ ਆਉਂਦੇ ਸਨ। ਮਹਾਰਾਜ ਨੇ ਇੱਕ ਵਾਰੀ ਇਹਨਾਂ ਨੂੰ ਸੰਗਤ ਦਾ ਮੋਹਰੀ ਅਤੇ ਪ੍ਰੇਮੀ ਸਿੱਖ ਕਿਹਾ ਸੀ। ਇੱਕ ਤੋਂ ਸੰਗਤ ਕੋ ਮੋਹਰਾਲੀ ਦੂਜੀ ਪ੍ਰੇਮੀ ਇਹ ਮਹਾਨਾ। ਆਮ ਤੌਰ ਤੇ ਮੋਹਰੀ ਪ੍ਰੇਮੀ ਨਹੀਂ ਹੁੰਦੇ। ਇਹ ਪ੍ਰੇਮ ਵਿੱਚ ਗੁੱਝੇ ਹੋਏ ਸਨ। ਇੰਜ ਪ੍ਰਤੀਤ ਹੁੰਦਾ ਕਿ ਉਤਾਰਾ ਕਰਨ ਦਾ ਹੁਕਮ ਵੀ ਆਪੂ ਗੁਰੂ ਜੀ ਨੇ ਦਿੱਤਾ ਸੀ। ਜਦ ਬੀੜ ਲਗਭਗ ਲਿਖੀ ਜਾ ਚੁੱਕੀ ਸੀ ਤਾਂ ਮਹਾਰਾਜ ਨੇ ਇਹ ਜਾਤਾ ਕਿ ਇਹ ਬੀੜ ਤਾਂ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਹੋ ਜਾਵੇਗੀ। ਫਿਰ ਸਿੱਖ ਉਤਾਰਾ ਕਿੱਥੋਂ ਕਰਨਗੇ ਅਤੇ ਪਾਠ ਕਿਸ ਤੋਂ ਕਰਨਗੇ। ਸੋ ਕਈ ਲਿਖਾਰੀ ਲਗਾ ਕੇ ਭਾਈ ਬੰਨੋ ਜੀ ਨੇ ਹੀ ਇਸ ਕੰਮ ਨੂੰ ਗੁਰੂ ਜੀ ਦੀ ਆਗਿਆ ਨਾਲ ਸਿਰੇ ਚਾੜਿਆ ਸੀ। ਮਹਿਮਾ ਪ੍ਰਕਾਸ਼ ਦਾ ਕਹਿਣਾ ਹੈ ਕਿ ਬਹੁ ਹੱਥਾਂ ਨਾਲ ਲਿਖਣ ਕਾਰਨ ਕਈ ਸ਼ਬਦ ਮਿਸਲ ਬੇਮਿਸਲ ਹੋ ਗਏ ਸਨ। ਬਹੁ ਹੱਥਨ ਕਰ ਲਿਖਣਾ ਪਿਆ ਕੋਊ ਸ਼ਬਦ ਮਿਸਲ ਬੇਮਿਸਲ ਹੋ ਗਿਆ। ਇਹ ਖਾਰੇ ਕੀ ਮਿਸਲ ਕਹਾਵੇ ਗੁਰਦਾਸ ਮਿਸਲ ਸੇ ਭੇਦ ਜਨਾਵੇ। ਯਾਦ ਰਹੇ ਕਿ ਖਾਰਾ ਪਿੰਡ ਸੀ ਜੋ ਪਿੱਛੋਂ ਮੰਗਟ ਕਰਕੇ ਜਾਣਿਆ ਜਾਣ ਲੱਗਾ। ਇੱਥੇ ਭਾਈ ਗੁਰਦਾਸ ਜੀ ਹੱਥੀਂ ਲਿਖੀ ਬੀੜ ਨਾਲੋਂ ਅੱਡ ਦੱਸਣ ਲਈ ਖਾਰੇ ਕੀ ਮਿਸਲ ਵਰਤਿਆ ਹੈ। ਇਹ ਵੀ ਭਾਈ ਬੰਨੋ ਸਾਹਿਬ ਦੀ ਇੱਕ ਪਰਉਪਕਾਰੀ ਸੇਵਾ ਸੀ। ਗੁਰਬਿਲਾਸ ਪਾਤਸ਼ਾਹੀ ਛੇਵੀਂ ਨੇ ਵੀ ਇਹ ਹੀ ਲਿਖਿਆ ਹੈ। ਭਾਈ ਬੰਨੋ ਜੀ ਕਰਿਓ ਸ਼੍ਰੀ ਗ੍ਰੰਥ ਉਤਾਰਾ। ਸੋ ਪੂਰੀ ਵਿਉਂਤ ਬਣਾ ਕੇ ਭਾਈ ਗੁਰਦਾਸ ਜੀ ਨੂੰ ਦੱਸ ਦਿੱਤੀ ਅਤੇ ਲਿਖਣ ਦਾ ਸਾਰਾ ਕਾਰਜ ਆਰੰਭ ਹੋ ਗਿਆ। ਰਾਗਾਂ ਦੀ ਪ੍ਰਧਾਨਤਾ ਰੱਖੀ ਅਤੇ ਸਾਰੀ ਬਾਣੀ ਰਾਗਾਂ ਅਨੁਸਾਰ ਕੀਤੀ। ਪਹਿਲਾਂ ਸਾਰੀ ਬਾਣੀ ਵੱਖ-ਵੱਖ ਗੁਰ ਵਿਅਕਤੀਆਂ ਜਾਂ ਭਗਤਾਂ ਦੇ ਨਾਵਾਂ ਹੇਠ ਸੀ। ਭਗਤਾਂ ਦੀ ਬਾਣੀ ਕਈ ਕਾਵਿ ਸਿਰਲੇਖਾਂ ਹੇਠ ਲਿਖੀ ਹੋਈ ਸੀ। ਗੁਰੂ ਜੀ ਨੇ ਇਸ ਨੂੰ ਤਰਤੀਬਵਾਰ ਕੀਤਾ। ਹੋਰ ਸਾਰੇ ਸਲੋਕ ਹਰ ਗੁਰ ਵਿਅਕਤੀ ਦੇ ਇੱਕ ਥਾਂ ਸਨ। ਵਾਰਾਂ ਸਿਰਫ ਪੌੜੀਆਂ ਹੀ ਸਨ। ਇਹਨਾਂ ਸਲੋਕਾਂ ਨੂੰ ਪੌੜੀਆਂ ਨਾਲ ਮਜ਼ਮੂਨ ਦੇਖ ਕੇ ਕਰ ਦਿੱਤਾ। ਜਿਹੜੇ ਸਲੋਕ ਬਚੇ ਰਹੇ ਉਹਨਾਂ ਨੂੰ ਸਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠਾਂ ਲਿਖ ਦਿੱਤਾ। ਆਦਿ ਗ੍ਰੰਥ ਨੂੰ ਮੁੱਖ ਕਰਕੇ 4 ਹਿੱਸਿਆਂ ਵਿੱਚ ਵੰਡਿਆ। ਪਹਿਲਾ ਪ੍ਰਸਤਾਵਨਾ
ਫਿਰ ਰਾਗਾਂ ਵਿੱਚ ਬਾਣੀ, ਰਾਗਾਂ ਤੋਂ ਬਾਹਰ ਸ਼ਲੋਕ, ਸਹਿਜ ਕੀਰਤੀ, ਗਾਥਾ, ਫੁਨਹੇ, ਚੌਬੋਲੇ, ਸਵਈਏ ਅਤੇ ਅਖੀਰ ਸ਼ਲੋਕ ਵਾਰਾਂ ਤੇ ਵਧੇਕ ਲਿਖ ਕੇ ਮੁੰਦਾਵਣੀ ਪਾ ਦਿੱਤੀ। ਪ੍ਰਸਤਾਵਨਾ ਵਿੱਚ ਹੀ ਪ੍ਰਗਟ ਕਰ ਦਿੱਤਾ ਕਿ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਜਪਣ ਅਤੇ ਉਸ ਨੂੰ ਨਿਰਭੈ, ਸਹਿਜ ਤੇ ਪ੍ਰਗਟ ਤੌਰ ਤੇ ਜਪਣ ਦਾ ਵੱਲ ਹੈ। ਉਸ ਦਰ ਸੋ ਦਰ ਜੋ ਹੋ ਰਿਹਾ ਹੈ ਉਸ ਦੀ ਵਿਆਖਿਆ ਹੈ ਅਤੇ ਉਸ ਦਰ ਸੋਦਰ ਤੱਕ ਪੁੱਜਣ ਦਾ ਢੰਗ ਹੈ। ਨਿਰਾ ਸੁਣ ਕੇ ਨਹੀਂ, ਕਰਕੇ ਪੁੱਜਣਾ ਪੈਂਦਾ ਹੈ। ਜਿੱਥੇ ਜੀਵਨ ਜਾਂਚ ਦਾ ਵੱਲ ਹੈ ਅਤੇ ਪੁੱਜੇ ਹੋਏ ਸੱਜਣ ਹੀ ਸੋਹੇਲੇ ਹਨ। ਸੋਹੇਲੇ ਵਿੱਚ 5 ਸ਼ਬਦ ਹਨ। ਰਾਗ 30 ਵਰਤੇ। 30 ਰਾਗ ਇਹ ਹਨ: ਸਿਰੀ ਰਾਗ, ਮਾਂਝ, ਗੌੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੇਰਿਓ, ਬਸੰਤ, ਸਰੰਗ, ਮਲਾਰ, ਕਾਨੜਾ, ਕਲਿਆਣ ਅਤੇ ਪ੍ਰਭਾਤੀ। ਰਾਗਾਂ ਦੀ ਤਰਤੀਬ ਵੀ ਅਜਿਹੀ ਰੱਖੀ ਕਿ ਜੀਵਨ ਜੁਗਤ ਪਾਉਣ ਦਾ ਰਾਹ ਮਿਲ ਜਾਏ। ਪਹਿਲਾ ਸ਼੍ਰੀ ਰਾਗ ਅਤੇ ਅਖੀਰ ਪ੍ਰਭਾਤੀ ਰੱਖਿਆ। ਗੁਰੂ ਜੀ ਸੰਕੇਤ ਕਰ ਰਹੇ ਸਨ ਕਿ ਜਦ ਗੁਰੂ ਨਾਨਕ ਦੇਵ ਜੀ ਆਏ ਤਾਂ ਗੁਣਾਂ ਦੀ ਛਾਂ ਪੈ ਗਈ ਸੀ। ਅੱਗੋਂ ਰਾਤ ਲੰਮੇਰੀ ਅਤੇ ਭਿਆਨਕ ਸੀ। ਹੱਥ ਨੂੰ ਹੱਥ ਸੁਝਾਈ ਨਹੀਂ ਸੀ ਦੇ ਰਿਹਾ। ਫਿਰ ਸੰਸਾਰ ਨੂੰ 2 ਮੁੱਖ ਰੋਗਾਂ ਨੇ ਗ੍ਰਸਿਆ ਹੋਇਆ ਸੀ। ਇੱਕ ਰੋਗ ਪਿੱਤ ਅਤੇ ਦੂਜਾ ਵਾਉ ਦਾ ਸੀ। ਗੁਰੂ ਜੀ ਨੇ ਦੇਖ ਲਿਆ ਸੀ ਕਿ ਸੰਸਾਰ ਜਾਂ ਕੋਰਾ ਸਰਦ ਸੀ ਜਾਂ ਕਰੋਧੀ ਗਰਮ। ਸ਼੍ਰੀ ਮਾਇਆ ਹੈ। ਮਾਇਆ ਦੇ ਅਨੇਕਾਂ ਹੀ ਰੂਪ ਹਨ। ਵੱਡੇ 4 ਕਾਮ, ਤ੍ਰਿਸ਼ਨਾ, ਦਾਮ, ਚਾਪ ਅਤੇ ਸ਼ਾਮ ਹੀ ਹਨ। ਇਹਨਾਂ ਵਿੱਚ ਫਸ ਜਗਤ ਨਾਮ ਵਿਸਾਰ ਬੈਠਾ ਹੈ। ਹਰ ਬਿਨ ਜੀਓ ਜਲ ਬਲ ਜਾ ਰਿਹਾ ਹੈ। ਸ਼੍ਰੀ ਰਾਗ ਸ਼ਾਮ ਦਾ ਰਾਗ ਹੈ। ਅਤ ਗਰਮੀ ਅਤੇ ਅਤ ਸਰਦੀ ਵਿੱਚ ਗਾਇਆ ਜਾਂਦਾ ਹੈ। ਉਸ ਦਾ ਰੂਪ ਗਹਿਣਿਆਂ ਨਾਲ ਲੱਦੀ ਇਸਤਰੀ ਹੈ। ਮਹਾਰਾਜ ਦਾ ਭਾਵ ਸੀ ਕਿ ਜੋ ਸ਼੍ਰੀ ਰਾਗ ਤੋਂ ਗਾਉਣਾ ਸ਼ੁਰੂ ਕਰੇਗਾ, ਜੀਵਨ ਗੁਰਬਾਣੀ ਅਨੁਸਾਰ ਢਾਲੇਗਾ, ਦੀਵਾ ਬਾਲੇਗਾ, ਰੂਹਾਨੀ ਸ਼ੋਲੇ ਮੰਗਾਏਗਾ, ਪ੍ਰਭੂ ਦੀ ਯਾਦ ਵਿਸਰਨ ਨਹੀਂ ਦੇਣ ਲੱਗਾ। ਉਸ ਦੀ ਇਹ ਜੀਵਨ ਰਾਤ ਸਹਿਲੀ ਕੱਟੀ ਜਾਏਗੀ ਅਤੇ ਪ੍ਰਭਾਤ ਚੜ੍ਹ ਜਾਏਗੀ। ਨਾਮ ਪ੍ਰਗਟ ਕਰ ਲਵੇਗਾ, ਜਿਸ ਦੀ ਬਰਕਤ ਨਾਲ ਸਾਰੇ ਸੰਸਾਰੀ ਵਿਤਕਰੇ ਮਿਟ ਜਾਣਗੇ। ਫਿਰ ਪਹਿਲਾਂ ਗੁਰੂ ਨਾਨਕ ਦੇ ਸ਼ਬਦ, ਫਿਰ ਗੁਰੂ ਅਮਰਦਾਸ ਜੀ ਦੇ, ਫਿਰ ਗੁਰੂ ਰਾਮਦਾਸ ਜੀ ਦੇ, ਫਿਰ ਆਪਣੇ ਰੱਖੇ ਸਰਲੇਖਾਂ ਵਿੱਚ ਨਾਂ ਨਹੀਂ ਲਿਖਿਆ। ਮਹਿਲਾ ਹੀ ਪਾਇਆ, ਜਿਸ ਦਾ ਭਾਵ ਜਾਮਾ ਹੈ, ਇਸਤਰੀ ਨਹੀਂ, ਕਿਉਂਕਿ ਅੱਖਰੀ ਲਿਖਣ ਵੇਲੇ ਪਹਿਲਾ, ਤੀਜਾ, ਚੌਥਾ ਤੇ ਪੰਜਵਾਂ ਲਿਖਿਆ ਹੈ। ਨਾਲ ਹੀ ਇਹ ਕਹਿਣਾ ਠੀਕ ਨਹੀਂ ਕਿ 10 ਗੁਰੂ ਸਨ। ਗੁਰੂ ਤਾਂ ਇੱਕ ਹੀ ਹੈ, ਜਾਮੇ 10 ਸਨ। 10 ਦਾ ਹਿੰਦਸਾ ਸੰਪੂਰਨ ਹੁੰਦਾ ਹੈ। ਇਸੇ ਤੀਰਥ ਨਾਲ ਸ਼ੰਤ, ਅਸ਼ਟਪਦੀਆਂ ਅਤੇ ਲੰਮੀਆਂ ਬਾਣੀਆਂ ਲਿਖੀਆਂ। ਭਗਤਾਂ ਤੇ ਸਿੱਖਾਂ ਦੀ ਬਾਣੀ ਇਸ ਪਿੱਛੋਂ ਲਿਖੀ ਅਤੇ ਉਹਨਾਂ ਸਭਨਾਂ ਭਗਤਾਂ ਦੇ ਨਾਮ ਲਿਖੇ। ਘੱਟ ਗਿਣਤੀ ਵਿੱਚ 11 ਸਨ। ਉਹਨਾਂ ਦੇ ਨਾਮ ਇਸ ਪ੍ਰਕਾਰ ਸਨ: ਕਲਸਹਾਰ, ਜਾਲਪ, ਕੀਰਤ, ਭਿੱਖਾ ਸੱਲ, ਭੱਲ, ਨਲ, ਗਯੰਦਾ, ਮਥਰਾ, ਬਲ ਅਤੇ ਹਰਬੰਸ। ਅਖੀਰ ਤੇ ਮੰਦਾਵਣੀ ਪਾਉਣ ਦਾ ਭਾਵ ਕੋਈ ਮੋਹਰ ਨਹੀਂ ਸੀ, ਸਗੋਂ ਸਦਾ ਆਨੰਦ ਰਹਿਣ ਦਾ ਨੁਕਸਾ ਸੀ। ਉਹਨਾਂ ਦਾ ਨਿਸ਼ਚਾ ਸੀ ਕਿ ਇਹ ਸਦਾ ਆਨੰਦ, ਸਤ ਸੰਤੋਖ ਅਤੇ ਅੰਮ੍ਰਿਤ ਨਾਮ ਦੁਆਰਾ ਹਰ ਕਿਸੇ ਨੂੰ ਮਿਲ ਸਕਦਾ ਹੈ। ਜੋ ਇਹਨਾਂ ਵਸਤੂਆਂ ਨੂੰ ਜੀਵਨ ਵਿੱਚ ਰਚਾ ਲਵੇਗਾ, ਫਿਰ ਪਚਾ ਕੇ ਜੀਵਨ ਵਿੱਚ ਵਰਤੇਗਾ, ਉਸ ਦੀ ਕਲਿਆਣ ਜੋ ਜਾਏਗੀ। ਸੰਭਾਲਾਂ, ਕਈ ਸੰਭਾਲਾਂ ਵੀ ਬੀੜ ਬੰਨ੍ਹਣ ਵੇਲੇ ਰੱਖੀਆਂ। ਪਹਿਲੀ ਸੰਭਾਲ ਰਾਗਾਂ ਦੀ ਚੋਣ ਵੇਲੇ ਕੀਤੀ। ਕੋਈ ਭੜਕੀਲਾ ਜਾਂ ਸੋਗਮਈ ਰਾਗ ਨਾ ਵਰਤਿਆ। ਨਾ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਮੇਘ ਨੂੰ ਥਾਂ ਹੈ ਅਤੇ ਨਾ ਹੀ ਦੀਪਕ ਨੂੰ। ਸਭ ਕੁਝ ਸਹਿਜ ਛੇਤੀ ਪ੍ਰਾਪਤ ਕਰਨਾ ਹੈ। ਇਸ ਲਈ ਬਸੰਤ ਦੇ ਠਰਮੇ ਨਾਲ ਹਿੰਡੋਲ ਰਲਾ ਦਿੱਤਾ। ਹਰਕਤ ਰਵੇ, ਹਿੱਲਣ ਜੁਲਣ ਨਾ ਮੁੱਕੇ। ਗੌੜੀ ਨੂੰ ਜਦ ਬਹੁਤ ਹੀ ਗੰਭੀਰ ਦੇਖਿਆ ਤਾਂ ਨਾਲ ਹੀ ਦੀਪਕੀ ਰਲਾ ਦਿੱਤੀ। ਪ੍ਰਚੰਡ ਭਗਤੀ, ਜਜ਼ਬਾਤੀ ਭਗਤੀ ਜਾਂ ਪੱਗ ਘੁੰਗਰੂ ਬਾਂਹਦੇ ਨਾਚ ਦੀ ਤਿੱਖੀ ਭਗਤੀ ਨੂੰ ਇੱਥੇ ਕੋਈ ਥਾਂ ਨਹੀਂ। ਇਹ ਹੀ ਕਾਰਨ ਲੱਗਦਾ ਹੈ ਕਿ ਮੀਰਾ, ਚੰਡੀਦਾਸ ਜਾਂ ਚੈਤੰਨ ਨੂੰ ਇੱਥੇ ਪ੍ਰਵਾਨ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਸਿਮਰਨ ਤੇ ਹੀ ਜ਼ੋਰ ਦਿੱਤਾ ਹੈ, ਜੋ ਸਹਿਜ ਸੁਭਾਅ ਹੈ। ਦੂਜੀ ਸੰਭਾਲ, ਕਿਸੇ ਰਾਗ ਨੂੰ ਰਾਗਣੀ ਦੇ ਤੌਰ ਤੇ ਨਹੀਂ ਵਰਤਿਆ, ਭਾਵੇਂ ਉਹ ਰਾਗਣੀ ਸੀ, ਪਰ ਆਪ ਜੀ ਨੇ ਰਾਗ ਬਣਾ ਕੇ ਲਿਖਿਆ ਅਤੇ ਗਾਵਿਆ। ਟੋਡੀ ਰਾਗਣੀ ਹੈ, ਪਰ ਆਪ ਜੀ ਨੇ ਰਾਗ ਹੀ ਲਿਖਿਆ।
ਰਾਗਣੀ ਐਸ਼ ਦਾ ਝਲਕਾਰਾ ਦਿੰਦੀ ਹੈ। ਸੰਸਾਰ ਭਰ ਸੁਰਾਂ ਨੂੰ ਐਸ਼ ਲਈ ਹੀ ਵਰਤਦਾ ਸੀ। ਸੁਰ, ਸੁਰਾ, ਇਸਤਰੀ ਤਿੰਨੇ ਹੀ ਐਸ਼ ਲਈ ਵਰਤੇ ਤੇ ਸਮਝੇ ਜਾਂਦੇ ਹਨ। ਗੁਰੂ ਜੀ ਨੇ ਰਾਗ ਲਿਖ ਕੇ ਰਾਗ ਨੂੰ ਰੰਗ ਚਾੜ੍ਹਨ ਲਈ ਵਰਤਿਆ, ਨਾ ਕਿ ਰੰਗਾਂ ਤਮਾਸ਼ਿਆਂ ਦੀ ਖੇਡ। ਤੀਜੀ ਵੱਡੀ ਸੰਭਾਲ ਗੁਰੂ ਗ੍ਰੰਥ ਸਾਹਿਬ ਵਿੱਚ ਹੰਕਾਰ, ਵਿਤਕਰੇ, ਵਰਨ, ਆਸ਼ਰਮ, ਜਿਨਸੀ ਭੇਦ, ਇਨਸਾਨੀ ਜੀਵਨ ਦੀ ਬੇਕਦਰੀ ਅਤੇ ਸੰਨਿਆਸ ਜਾਂ ਬੇਹਰਕਤ ਵਾਲੇ ਖਿਆਲਾਂ ਨੂੰ ਕੋਈ ਥਾਂ ਨਹੀਂ ਦਿੱਤੀ। ਸਾਖੀ ਵੀ ਆਉਂਦੀ ਹੈ ਕਿ ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਇੱਕ ਗ੍ਰੰਥ ਸਾਜ ਰਹੇ ਹਨ ਜਿੱਥੇ ਕਈ ਭਗਤ ਵੀ ਸੁਸ਼ੋਭਿਤ ਹੋ ਰਹੇ ਹਨ। 4 ਕਾਹਨਾ ਜੀ, ਛੱਜੂ, ਪੀਲੋ ਜੀ ਅਤੇ ਸ਼ਾਹ ਹੁਸੈਨ ਆਏ। ਮਹਾਰਾਜ ਨੇ ਸਾਰਿਆਂ ਨੂੰ ਆਪਣੀ ਆਪਣੀ ਰਚਨਾ ਸੁਣਾਉਣ ਲਈ ਕਿਹਾ। ਕਾਹਨਾ ਜੀ ਨੇ ਕਿਹਾ, ਮੈਂ ਉਹੀ ਰੇ, ਮੈਂ ਉਹੀ ਰੇ, ਜਾਕੋ ਨਾਰਦ ਸਾਰਦ ਸੇਵੇ, ਸੇਵੇ ਦੇਵੀ ਦੇਵਾ ਰੇ, ਬ੍ਰਾਹਮਣ ਬਿਸ਼ਨ ਮਹੇਸ਼ ਅਰਾਧਿਆ, ਸਭ ਕਰਦੇ ਜਾ ਕੀ ਸੇਵਾ ਰੇ। ਗੁਰੂ ਜੀ ਨੇ ਕਿਹਾ, ਇਸ ਵਿੱਚ ਹੰਕਾਰ ਦਾ ਅੰਸ਼ ਹੈ। ਸਾਡਾ ਮਤ ਹੈ, ਹਿਰਦੇ ਬ੍ਰਹਮ ਤੇ ਮੁਖੋ ਦਾਸਣ ਦਾਸਾ, ਅਹ ਬ੍ਰਹਮ ਤੋ ਉਰ ਮਹਿਬਾਸੇ, ਮੁਖ ਤੇ ਕਹੇ ਦਾਸਣ ਦਾਸਾ। ਇਹ ਮਤ ਸਾਡੇ ਨਾਲ ਮੇਲ ਨਹੀਂ ਖਾਂਦਾ। ਵਿਰੋਧੀ ਸ਼ਬਦ ਇੱਕ ਥਾਂ ਰੱਖਣੇ ਉਚਿਤ ਨਹੀਂ। ਇਸ ਨੂੰ ਕਿਧਰੇ ਹੋਰ ਲਿਖਾਓ। ਸ਼ਬਦ ਗੁਰੂ ਘਰ ਨੇ ਮੱਲੇ ਨਾ ਇੱਕ ਥਲ, ਰਾਖਿਓ ਆਪ ਲਿਖਿਓ ਕਿਤ ਥਾਈ। ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ ਕਿ ਕਾਹਨਾ ਇਤਨੇ ਹੰਕਾਰ ਵਿੱਚ ਸੀ ਕਿ ਆਉਂਦਿਆਂ ਮਹਾਰਾਜ ਦੇ ਮੰਜੇ ਤੇ ਹੀ ਬੈਠ ਗਿਆ ਅਤੇ ਜਦ ਮਹਾਰਾਜ ਨੇ ਬਾਣੀ ਸੁਣਾਉਣ ਲਈ ਕਿਹਾ ਤਾਂ ਬੋਲਿਆ, ਮੈਂ ਕਾਹਨਾ, ਕਾਹਨਾ ਮੇਰੀ ਡੀਠ, ਕਾਹਨਾ ਆਗੇ, ਕਾਹਨਾ ਪੀਠ, ਜਤ ਦੇਖੋ ਤਤ ਕਾਹਨਾ ਭਾਈ, ਮੈਂ ਕਾਹਨਾ ਕਾਹਨਾ ਸਭ ਆਹੀ। ਮਹਾਰਾਜ ਨੇ ਉਸੇ ਸਮੇਂ ਕਹਿ ਦਿੱਤਾ ਕਿ ਐਸੇ ਹੰਕਾਰ ਭਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪਾ ਸਕਦੇ। ਤਬ ਸਤਿਗੁਰ ਸੁਨ ਮੁਖੋਂ ਬਖਾਨੀ, ਯਹ ਲਾਇਕ ਗ੍ਰੰਥ ਨਹੀਂ ਨੰਗੀ ਬਾਣੀ। ਉਹ ਇਹ ਕਹਿੰਦਾ ਗਿਆ ਕਿ ਦੇਖਾਂਗਾ ਉਸ ਦੀ ਰਚਨਾ ਕਿਵੇਂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੁੰਦੀ। ਉਸੇ ਸਮੇਂ ਵੀ ਮਹਾਰਾਜ ਨੇ ਇਹ ਹੀ ਬਚਨ ਕੀਤਾ, ਹਰ ਜੀ ਹੰਕਾਰ ਨਾ ਭਾਵੀ, ਵੇਦ ਕੂਕ ਸੁਣਾਵੇ। ਕਾਹਨਾ ਲਾਹੌਰ ਸਹੀ ਸਲਾਮਤ ਨਹੀਂ ਸੀ ਪੁੱਜ ਸਕਿਆ ਅਤੇ ਸ਼ਾਹਦਰੇ ਹੀ ਘੋੜੇ ਤੋਂ ਡਿੱਗ ਕੇ ਜਾਨ ਗਵਾ ਬੈਠਾ ਸੀ। ਇਸ ਦੇ ਚਾਚੇ ਪੁੱਤ ਭਰਾ ਚੰਦੂ ਨੇ ਇਹ ਮਾਮਲਾ ਅਕਬਰ ਦੇ ਦਰਬਾਰ ਵਿੱਚ ਉਠਾਇਆ ਸੀ। ਭਗਤ ਛੱਜੂ ਨੂੰ ਜਦ ਰਚਨਾ ਸੁਣਾਉਣ ਲਈ ਕਿਹਾ ਤਾਂ ਉਹ ਬੋਲਿਆ, ਕਾਗਦ ਸੰਧੀ ਪੂਤਲੀ ਤਉ ਨਾ ਤ੍ਰਿਆ ਨਹਾਰ, ਇਉਂ ਹੀ ਮਾਰ ਲੈ ਜਾਏਗੀ ਜਿਉਂ ਬਲੋਚਾਂ ਦੀ ਧਾੜ। ਗੁਰੂ ਜੀ ਨੇ ਕਿਹਾ, ਇਹ ਗ੍ਰਹਿਸਤ ਵਿੱਚ ਪੰਥ ਚਲਾਇਆ ਹੈ, ਆਪਣੀ ਪਰਾਈ ਇਸਤਰੀ ਦਾ ਵਿਚਾਰ ਚਾਹੀਦਾ ਹੈ। ਪੰਥ ਰਚਿਓ ਕਰੀਬੇ ਸਤ ਸੰਗ, ਸਿਮਰਹਿ ਮਲ ਕਰ ਸ਼੍ਰੀ ਪਰਮੇਸ਼ਰ। ਗ੍ਰਹਿਸਤ ਵਿਖੇ ਲਿਵ ਲਾਏ ਅਭੰਗ, ਕਾਰ ਧਰਮ ਕੀ ਕਰ ਗੁਜ਼ਾਰਨ ਹੈ, ਸੇਵਾ ਸੰਤਨ। ਜੋ ਗ੍ਰਹਿਸਤੀ ਕਿਰਤ ਕਰਕੇ ਵੰਡ ਖਾਂਦਾ ਹੈ ਉਹ ਤਾਂ ਜੋਗੀ ਤੋਂ ਵੀ ਉੱਚਾ ਹੈ। ਨਿਜ ਤਨ ਤੇ ਸ਼ਰਮ ਕਰੇ ਖਾਟ ਧਨ, ਬਹੁਤ ਬਾਂਟ ਕਰ ਭੋਜਨ ਪਾਏ। ਉਸ ਨੂੰ ਹੋਰ ਕਿਸੇ ਯਤਨ ਦੀ ਲੋੜ ਹੀ ਨਹੀਂ। ਅਵਰ ਯਤਨ ਕੋ ਸਮੋ ਨ ਕਾਏ। ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਨਗਰੀ ਦੇ ਨੇੜੇ ਯੋਗੀ ਰਹਿੰਦਾ ਹੋਵੇ ਅਤੇ ਫਿਰ ਮਿਲ ਕੇ ਮਨ ਵਿਕਾਰੀ ਨਾ ਹੋਵੇ, ਭਲਾ ਤਿਆਗ ਵੀ ਕਰ ਦੇਵੇ, ਫਿਰ ਵੀ ਇਸਤਰੀ ਤਾਂ ਦੇਖੇਗਾ ਹੀ। ਗ੍ਰਹਿਸਤ ਤਜਣਾ ਠੀਕ ਨਹੀਂ। ਪੀਲੋ ਨੇ ਕਿਹਾ, ਪੀਲੋ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੂਏ, ਉਹਨਾਂ ਚਿੱਕੜ ਪਾਵ ਨਾ ਡੋਬਿਆ, ਨਾ ਆਲੂਦ ਪਏ। ਮਹਾਰਾਜ ਨੇ ਕਿਹਾ, ਜੰਮਣ ਮਰਨ ਪ੍ਰਵਾਨ ਹੈ, ਹੁਕਮ ਵਿੱਚ ਸੁੱਖ ਦੁੱਖ ਹੈ ਪੀਲੋ। ਸ਼੍ਰੀ ਕਰਤਾਰ ਕੇਰ ਇਹ ਭਾਣਾ, ਜੰਮਣਾ ਮਰਨਾ ਸੀਸ ਅਸੇਸਾ। ਸ਼ਾਹ ਹੁਸੈਨ ਬੋਲਿਆ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਸੱਜਣ ਬੋਲਣ ਦੀ ਜਾਏ ਨਾਹੀਂ, ਅੰਦਰ ਬਾਹਰ ਹੀਕਾ ਸਾਈ, ਕਿਸੇ ਨੂੰ ਆਖ ਸੁਣਾਈ, ਇੱਕੋ ਦਿਲਬਰ ਸਭ ਘਟ ਰਵਿਆ, ਦੂਜੀ ਨਹੀਂ ਕਦਾਈ। ਕਹੇ ਹੁਸੈਨ ਫਕੀਰ ਨੇ ਮਾਣਾ, ਸਤਿਗੁਰ ਤੋਂ ਬਲਬਲ ਜਾਈ। ਗੁਰੂ ਜੀ ਨੇ ਬਚਨ ਕੀਤੇ, ਚੁੱਪ ਦੇ ਮੁਕਾਮ ਕਿਵੇਂ ਕੋਈ ਰਹੇ, ਸਾਨੂੰ ਤਾਂ ਫਰਮਾਨ ਹੈ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਚੌਥੀ ਬੋਲੀ ਸੁੰਗਮ ਸਹਿਲ ਰੱਖੀ ਅਤੇ ਨਿੱਤ ਵਰਤੇ ਜਾ ਰਹੇ ਬੋਲਾਂ, ਗੀਤ ਦੀ ਟੇਕ ਤੇ ਉਚਾਰੀ। ਸੰਸਾਰ ਨੂੰ ਵਿਲਾਸੀ ਨਿਰਾਸੀ ਜੀਵਨ ਤੋਂ ਹਟਾ ਸਿੱਧੇ ਰਾਹ ਪਾਉਣ ਦਾ ਇੱਕੋ ਇਹ ਹੀ ਵੱਲ ਸੀ। ਘੋੜੀਆਂ, ਅਲਾਉਣੀਆਂ, ਵਣਜਾਰਾ, ਥਿੱਤੀ, ਵਾਰ, ਬਾਰਮਾਹ, ਸੁਚੱਜੀ, ਗੁਣਵੰਤੀ, ਕੁਚੱਜੀ, ਲਾਵਾਂ, ਚੋ ਬੋਲੇ, ਹੁਨਹੇ,
ਗਾਥਾ ਰਚ ਕੇ ਬਾਣੀ ਨੂੰ ਨਿੱਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਸ਼ਬਦ ਦੀ ਗਿਣਤੀ ਦੇ ਅੰਕੜੇ ਆਪਣੇ ਹੱਥੀਂ ਪਾਏ ਤਾਂ ਕਿ ਕੋਈ ਕਿਸੇ ਥਾਂ ਕਦੇ ਵੀ ਰਲਾ ਨਾ ਪਾ ਸਕੇ। ਇਹਨਾਂ ਅੰਕਾਂ ਨੂੰ ਵਾਚਿਆਂ ਤੇ ਹੀ ਪਤਾ ਲੱਗਦਾ ਹੈ ਕਿ ਕਿਤਨੀ ਕਠਿਨ ਮਿਹਨਤ ਤੇ ਘਾਲ ਇਸ ਬੀੜ ਨੂੰ ਬੰਨ੍ਹਣ ਵਿੱਚ ਲੱਗੀ ਸੀ। 6ਵੀਂ ਭਗਤ ਬਾਣੀ ਦੀ ਛਾਣਬੀਣ ਕਰਕੇ ਹੀ ਦਰਜ ਕੀਤੀ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਕਿਤਨੇ ਹੀ ਸਲੋਕ ਅਤੇ ਦੋਹੇ ਪ੍ਰਚਲਿਤ ਹਨ, ਇਸੇ ਤਰ੍ਹਾਂ ਕਿਤਨੇ ਹੀ ਕਬੀਰ ਜੀ ਅਤੇ ਹੋਰਨਾਂ ਭਗਤਾਂ ਦੇ ਨਾਂ ਤੇ ਚੱਲ ਪਈ। ਰਚਨਾ ਤਾਂ ਹੋਰ ਜ਼ਰੂਰ ਹੋਵੇਗੀ, ਪਰ ਉਸ ਵਿੱਚ ਰਲਾ ਪੈ ਗਿਆ। ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਗਈ, ਉਹ ਹੀ ਰਲ ਗੱਡ ਤੋਂ ਬਚ ਗਈ। ਹੁਣ ਫਰੀਦ ਜੀ ਦੀ ਬਾਣੀ ਕਿੱਥੋਂ ਲੱਭਣੀ ਸੀ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਹੁੰਦੀ। ਜੋ ਇੱਥੇ ਦਰਜ ਹੈ ਉਹੀ ਅਸਲ ਹੈ। ਇਸ ਵਿੱਚ ਹੀ ਭਗਤਾਂ ਦੇ ਆਸ਼ੇ, ਜੀਵਨ ਵਿੱਚ ਉੱਨਤੀ ਦੇ ਅੱਡ-ਅੱਡ ਤਜਰਬੇ ਅਤੇ ਸਮੇਂ ਦੇ ਭਾਵ ਪ੍ਰਾਪਤੀ ਦੇ ਸਾਰੇ ਰਾਹ ਆ ਗਏ ਸਨ। ਕਿਸੇ ਦਾ ਇਹ ਲਿਖਣਾ ਕਿ ਭਾਈ ਗੁਰਦਾਸ ਜੀ ਦੀ ਤਸੱਲੀ ਲਈ ਭਗਤਾਂ ਦੇ ਦਰਸ਼ਨ ਕਰਾਏ ਤਾਂ ਭਗਤਾਂ ਦੀਆਂ ਰੂਹਾਂ ਆਈਆਂ ਨਿਰਮੂਲ ਹੈ। ਇਹ ਕਹਿਣ ਲਿਖਣ ਦੀ ਲੋੜ ਤਾਂ ਪਈ ਕਿਉਂਕਿ ਉਹ ਲੋਕੀ ਜਾਣ ਹੀ ਨਹੀਂ ਸਕੇ ਕਿ ਇਹ ਸਾਰਾ ਖਜ਼ਾਨਾ ਗੁਰੂ ਅਰਜਨ ਜੀ ਕੋਲ ਕਿਵੇਂ ਆਇਆ। ਪੰਡਿਤ ਤਾਰਾ ਸਿੰਘ ਨਰੋਤਮ ਤਾਂ ਤਗੜੀ ਉਕਾਈ ਖਾ ਗਏ। ਉਹਨਾਂ ਦਾ ਇਹ ਕਹਿਣਾ ਤਾਂ ਬਿਲਕੁਲ ਹੀ ਵਿਅਰਥ ਹੈ ਕਿ ਪੂਰਵ ਚਾਰ ਗੁਰੋं के बचनों सहत अपने बचनों से श्री गुरु अर्जन देव जी ने मुक्ति की इच्छा वाले अधिकारी जनों को ज्ञान के लाभ हेतु जो उपदेश करे हैं। ਇਹ ਕਹਿਣ ਦੀ ਵੀ ਲੋੜ ਤਾਂ ਪਈ ਕਿਉਂਕਿ ਉਹ ਸਮਝ ਹੀ ਨਹੀਂ ਸਕੇ ਕਿ ਇਹ ਖਜ਼ਾਨਾ ਗੁਰੂ ਜੀ ਪਾਸ ਹੀ ਸੀ। ਇਸ ਆਦ ਗ੍ਰੰਥ ਦੀ ਬੀੜ ਨੂੰ ਸੰਪੂਰਨ ਕਰਦੇ ਤਕਰੀਬਨ 3 ਸਾਲ ਲੱਗੇ। ਉਂਝ ਤਾਂ 500 ਸਾਲ ਤੋਂ ਵੀ ਵੱਧ ਲੱਗ ਗਏ ਹਨ। ਬਾਬਾ ਫਰੀਦ ਜੀ 12ਵੀਂ ਸਦੀ ਵਿੱਚ ਹੋਏ ਸਨ ਅਤੇ ਇਹ ਬੀੜ 17ਵੀਂ ਸਦੀ ਦੇ ਆਰੰਭ ਵਿੱਚ ਵੱਜੀ। ਅਸ਼ਟਪਦੀਆਂ ਦੀ ਗਿਣਤੀ ਗੁਰ ਵਿਅਕਤੀ, ਭਗਤ ਅਤੇ ਭੱਟਾਂ ਅਨੁਸਾਰ ਇਸ ਤਰ੍ਹਾਂ ਹੈ। ਇਹ ਵੇਰਵਾ ਬਾਣੀ ਬਿਉਰਾ ਮੁਤਾਬਿਕ ਦਰਜ ਹੈ। ਗੁਰੂ ਨਾਨਕ ਦੇਵ ਮਹਿਲਾ ਪਹਿਲਾ 976। ਗੁਰੂ ਅੰਗਦ ਦੇਵ ਜੀ ਮਹਿਲਾ ਦੂਜਾ 61 ਨਿਰੇ ਸਲੋਕ। ਗੁਰੂ ਅਮਰਦਾਸ ਜੀ ਮਹਿਲਾ ਤੀਜਾ 901। ਗੁਰੂ ਰਾਮਦਾਸ ਜੀ ਮਹਿਲਾ ਚੌਥਾ 679। ਗੁਰੂ ਅਰਜਨ ਦੇਵ ਜੀ ਮਹਿਲਾ ਪੰਜਵਾਂ 2216। ਕੁੱਲ ਗੁਰੂ ਪਾਤਸ਼ਾਹਾਂ ਦੇ ਸ਼ਬਦਾਂ ਦੇ ਜੋੜ 4839 ਹਨ। ਭਗਤ ਬਾਣੀ ਭੱਟਾਂ ਅਤੇ ਸਿੱਖਾਂ ਦੀ ਬਾਣੀ ਦਾ ਵੇਰਵਾ ਭਗਤ ਕਬੀਰ ਜੀ 540, ਭਗਤ ਤਰਲੋਚਨ ਜੀ 4, ਭਗਤ ਬੇਣੀ ਜੀ 3, ਭਗਤ ਰਵਿਦਾਸ ਜੀ 41, ਭਗਤ ਨਾਮਦੇਵ ਜੀ 60, ਭਗਤ ਧੰਨਾ ਜੀ 4, ਬਾਬਾ ਫਰੀਦ ਜੀ 122, ਭਗਤ ਜੈਦੇਵ ਜੀ 2, ਭਗਤ ਭੀਖਨ ਜੀ 2, ਭਗਤ ਸੈਨ ਜੀ 1, ਭਗਤ ਪੀਪਾ ਜੀ 1, ਭਗਤ ਸਾਧਨਾ ਜੀ 1, ਭਗਤ ਰਾਮਾਨੰਦ ਜੀ 1, ਭਗਤ ਪਰਮਾਨੰਦ ਜੀ 1, ਭਗਤ ਸੂਰਦਾਸ ਜੀ 1। ਕੁੱਲ ਜੋੜ ਬਾਬਾ ਸੁੰਦਰ 784, ਸੱਤੇ ਤੇ ਬਲਵੰਡ ਜੀ 8, ਭਾਈ ਮਰਦਾਨਾ ਜੀ 3। ਕੁੱਲ ਜੋੜ 17। ਭਾਈ ਕਲ ਸਹਾਰ 54, ਭੱਟ ਜਾਲਪ 5, ਭੱਟ ਕੀਰਤ 8, ਭੱਟ ਭਿੱਖੀ 2, ਭੱਟ ਸੱਲ 3, ਭੱਟ ਭੱਲ 1, ਭੱਟ ਨਾਲ 16, ਭੱਟ ਗਯੰਦ 13, ਭੱਟ ਮਥੁਰਾ 14, ਭੱਟ ਬਲ 5, ਭੱਟ ਹਰਬੰਸ 2। ਕੁੱਲ ਜੋੜ 123। ਕੁੱਲ ਬਾਣੀ ਦਾ ਜੋੜ 5762। ਇਹ ਸਾਰਾ ਕਾਰਜ ਭਾਦੋਂ ਵਦੀ ਪਹਿਲੀ ਸੰਮਤ 1671 ਮੁਤਾਬਿਕ ਅਗਸਤ 15, 1604 ਨੂੰ ਸੰਪੂਰਨ ਹੋਇਆ। ਤਤਕਰੇ ਦੇ ਆਰੰਭ ਵਿੱਚ ਇਸ ਤਰ੍ਹਾਂ ਲਿਖਿਆ ਹੈ। ਸੂਚੀ ਪੱਤਰ ਗੋਥੀ ਦਾ ਤਤਕਰਾ ਰਾਗਾਂ ਕਾ ਸੰਮਤ 161 ਮਿਤੀ ਭਾਦਿਓ ਵਦੀ ਏਕਮ ਇੱਕ ਪੋਥੀ ਲਿਖ ਪਹੁੰਚੇ। ਇਸ ਦਾ ਭਾਵ ਸੀ ਕਿ ਸਾਰੀ ਬੀੜ ਦੀ ਲਿਖਾਈ ਮੁਕਾ ਕੇ ਸੰਮਤ 1661 ਭਾਦੋਂ ਵਦੀ ਪਹਿਲੀ ਨੂੰ ਤਤਕਰਾ ਆਰੰਭ ਕੀਤਾ ਗਿਆ। ਇਸ ਆਦ ਹੱਥ ਲਿਖਤ ਬੀੜ ਦੇ 974 ਪੱਕੇ ਪੱਤਰ ਹਨ। ਤਤਕਰਾ ਦਾ ਕਾਰਜ ਅਤੇ ਜਿਲਦ ਬੰਨਣ ਦਾ ਕੰਮ 15 ਦਿਨਾਂ ਵਿੱਚ ਮੁੱਕਾ ਅਤੇ ਭਾਦੋਂ ਸੁਦੀ ਪਹਿਲੀ ਸੰਮਤ 1661 30 ਅਗਸਤ 1604 ਨੂੰ ਹਰਿਮੰਦਰ ਸਾਹਿਬ ਜਦ ਬੀੜ ਦੀ ਲਿਖਾਈ ਮੁਕੰਮਲ ਹੋ ਗਈ ਤਾਂ ਚਾਰੇ ਪਾਸੇ ਮੇਵੜੇ ਭੇਜੇ ਗਏ ਕਿ ਭਾਦੋਂ ਸੁਦੀ ਏਕਮ ਨੂੰ ਇਸ ਬੀੜ ਦਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਕੀਤਾ ਜਾਏਗਾ। ਸੰਗਤਾਂ ਨੇ ਵਹੀਰਾਂ ਘੱਤ ਦਿੱਤੀਆਂ। ਰਾਮਸਰ ਹੋਏ ਇਕੱਠ ਵਿੱਚ ਜਦ ਬੀੜ ਦਾ ਪ੍ਰਕਾਸ਼ ਕਰਨ ਲਈ ਤਿਆਰ ਹੋ ਰਹੇ ਸਨ ਤਾਂ ਗੁਰੂ
ਅਰਜਨ ਦੇਵ ਜੀ ਨੇ ਫਰਮਾਇਆ, ਇਹ ਗੁਰੂ ਗ੍ਰੰਥ ਸੰਸਾਰ ਸਾਗਰ ਤਰਨ ਲਈ ਇੱਕ ਜਹਾਜ਼ ਬਣਾਇਆ ਹੈ। ਜੋ ਚਿੱਤ ਲਗਾ ਕੇ ਪੜ੍ਹੇ, ਸੁਣੇ ਅਤੇ ਵਿਚਾਰੇਗਾ, ਉਹ ਸੁਖੈਨ ਹੀ ਤਰ ਜਾਏਗਾ। ਗ੍ਰੰਥ ਜਹਾਜ਼ ਸੂ ਭੋਜਲ ਕੇ ਤਰ ਜਾਤ ਸੁਖੇਲ ਜਿਨ ਚਿੱਤ ਲਾਇਓ। ਫਿਰ ਫਰਮਾਇਆ ਕਿ ਸਤਿਗੁਰ ਦਾ ਸਰੀਰ ਤਾਂ ਹਰ ਸਮੇਂ ਕੋਈ ਦੇਖ ਨਹੀਂ ਸਕਦਾ ਅਤੇ ਨਾ ਹੀ ਰਹਿਣ ਵਾਲਾ ਹੈ। ਗੁਰੂ ਗ੍ਰੰਥ ਹੀ ਗੁਰੂ ਦਾ ਹਿਰਦਾ ਹੈ, ਜੋ ਹਰ ਥਾਂ ਹਰ ਵੇਲੇ ਪਰਖਿਆ ਅਤੇ ਦੇਖਿਆ ਜਾ ਸਕੇਗਾ। ਸ਼੍ਰੀ ਗੁਰੂ ਕੇਰ ਸਰੀਰ ਜਿਉ ਸਭ ਥਾਨ ਸਮੇਂ ਸਭ ਨਾ ਦਸੇ ਹੈ। ਗੁਰ ਕੋ ਇਹ ਜਾਣੋ ਉੱਤਮ ਹੈ, ਸਭ ਕਾਲ ਰਹੇ। ਇਹ ਵੀ ਹੁਕਮ ਕੀਤਾ ਕਿ ਬਾਣੀ ਦਾ ਅਦਬ ਉਹਨਾਂ ਦੇ ਸਰੀਰ ਨਾਲੋਂ ਵੱਧ ਕਰਨਾ। ਮੇਰੇ ਸਰੂਪ ਤੇ ਯਾਤੇ ਹੈ ਦੀਰਘ, ਸਾਹਿਬ ਜਾਣ ਅਦਾਇਬ ਕੇ ਹੈ। ਜਦ ਬੀੜ ਰਾਮਸਰ ਆਈ ਤਾਂ ਉਸ ਰਾਤ ਵੀ ਆਪ ਤੇ ਸੰਗਤਾਂ ਭੁੱਜੇ ਸੁੱਤੇ। ਭੂਮ ਸੈਨ ਸਭ ਤਾਹਾਂ ਬਿਰਾਜੇ, ਗੁਰੂ ਗ੍ਰੰਥ ਮੰਜੀ ਪਰ ਰਾਜੇ। ਇਹ ਵੀ ਹਦਾਇਤ ਕੀਤੀ ਕਿ ਕੋਈ ਇਸ ਦੇ ਕਿਸੇ ਸ਼ਬਦ, ਅੱਖਰ, ਲਾ ਮਾਤਰਾ ਨੂੰ ਵੱਧ ਘੱਟ ਕਰਨ ਦੀ ਕੋਸ਼ਿਸ਼ ਜਾਂ ਜੁਰਤ ਨਾ ਕਰੇ। ਕਰਨ ਵਾਲਾ ਮੂਰਖਤਾਈ ਤਾਂ ਕਰੇਗਾ ਹੀ, ਸਗੋਂ ਪਛਤਾਏਗਾ ਵੀ। ਆਪ ਤੇ ਘਾਟ ਨਾ ਬਾਧ ਕਰੇ, ਜੀ ਕਰੇ ਹੋਏ ਮੂਰਖ ਸੋ ਪਛਤਾਈ। ਇਹ ਵੀ ਚੰਗੀ ਤਰ੍ਹਾਂ ਗ੍ਰਹਿਣ ਕਰ ਲੈਣਾ ਚਾਹੀਦਾ ਹੈ ਕਿ ਨਾਮ ਤੇ ਨਾਮੀ ਵਿੱਚ ਕੋਈ ਅੰਤਰ ਨਹੀਂ ਹੈ। ਇਸੇ ਵਿੱਚੋਂ ਕਰਤਾਰ ਦੇ ਦਰਸ਼ਨ ਹੋਣਗੇ। ਨਾਮ ਸੁਨਾਮੀ ਕੋ ਭੇਦ ਨਹੀਂ, ਇਹ ਮੂਰਤ ਸ਼੍ਰੀ ਕਰਤਾਰ ਸੁਹਾਏ। ਹਰ ਸਮੇਂ ਇਸ ਦਾ ਹੀ ਸਹਾਰਾ ਲੈਣਾ, ਭਾਵੇਂ ਖੁਸ਼ੀ ਹੋਵੇ ਭਾਵੇਂ ਗਮੀ। ਇਸੇ ਦਾ ਪਾਠ ਸੁਣ ਕੇ ਸ਼ੁਕਰ ਦੇ ਘਰ ਆਉਣਾ। ਕਾਰਜ ਹੋਏ ਸੰਪੂਰਨ ਬਾਂਛਤ, ਪਾਠ ਕਰੋ ਕਿ ਕਰਾਵੋਗੇ। ਸਿੱਖ ਸਰੀਰ ਤਜੇ ਤਿਸ ਪੀਛੇ, ਗ੍ਰੰਥ ਕੋ ਪਾਠ ਕਰਾਵੇਂਗੇ। ਸਭ ਤੋਂ ਵੱਡੀ ਸੋਚ ਜੋ ਗੁਰੂ ਅਰਜਨ ਜੀ ਨੂੰ ਗ੍ਰਸੀ ਬੈਠੀ ਸੀ, ਉਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲੀ ਗ੍ਰੰਥੀ ਕਿਸ ਨੂੰ ਪਰ ਆਪ ਜੀ ਇਸੇ ਸੋਚ ਵਿੱਚ ਜਾਗ ਰਹੇ ਸਨ। ਨਿਰਣਾ ਲਿਆ ਕਿ ਗ੍ਰੰਥੀ ਉਹ ਹੀ ਹੋਵੇਗਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਜੀਵਤ ਨਮੂਨਾ ਹੋਵੇ। ਸਾਰੀ ਵਿਚਾਰ ਇੱਥੇ ਆ ਕੇ ਟਿਕੀ ਕਿ ਬਾਬਾ ਬੁੱਢਾ ਜੀ ਐਸੇ ਹਨ ਜਿਨ੍ਹਾਂ ਨੇ ਗੁਰਬਾਣੀ ਜੀਵੀ ਹੈ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਸ਼ਬਦਾਂ ਵਿੱਚ, ਨਿਜ ਨਿਜ ਆਸਣ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਪੀਠੇ। ਨਿਜ ਮਨ ਇਹ ਵਿਚਾਰਤ ਭਏ, ਗੁਰੂ ਗ੍ਰੰਥ ਸੇਵਕ ਕਹਿ ਕਹੇ। ਦੋਹਰਾ ਕਰਤ ਵਿਚਾਰ ਇਹ ਠਹਿਰਾਈ, ਬੁੱਢਾ ਜੀ ਸੇਵਾ ਨਿਪਨਾਈ। ਗੁਰੂ ਨਾਨਕ ਇਨ ਦਰਸ਼ਨ ਕਰੇ, ਸੇਵਾ ਮੇਂ ਅਤ ਹੈ ਤਹਿ ਧਰੇ। ਸੋ ਸਵੇਰ ਹੁੰਦੇ ਹੀ ਬੁੱਢੇ ਕੋ ਸ਼੍ਰੀ ਗੁਰੂ ਕਹਾ, ਸੀਸ ਆਪਣੇ ਧਾਰ। ਗੁਰੂ ਗ੍ਰੰਥ ਜੀ ਪ੍ਰੇਮ ਸੀ, ਮਨ ਮੇਂ ਸਤ ਵਿਚਾਰ। ਫਿਰ ਆਗਿਆ ਕੀਤੀ ਕਿ ਬਾਬਾ ਬੁੱਢਾ ਜੀ ਆਪਣੇ ਸੀਸ ਤੇ ਰੱਖ ਕੇ ਇਸ ਬੀੜ ਨੂੰ ਲੈ ਚੱਲਣ। ਚੌਰ ਆਪ ਜੀ ਨੇ ਆਪਣੇ ਹੱਥੀ ਰੱਖਿਆ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ, ਅੱਗੇ ਚੱਲੋ ਸੁਦਾਸਰ ਪੰਥ। ਕੀਰਤਨ ਕਰਦੇ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਪੁੱਜੀਆਂ। ਉਹ ਨਜ਼ਾਰਾ ਦੇਵਤਿਆਂ ਦੇ ਦੇਖਣ ਯੋਗ ਸੀ। ਹਰ ਕੋਈ ਸ਼ਰਧਾ ਦੀ ਮੂਰਤ ਦਿਖਾਈ ਦੇ ਰਿਹਾ ਸੀ। ਹਰਿਮੰਦਰ ਸਾਹਿਬ ਬੀੜ ਨੂੰ ਸਜੇ ਹੋਏ ਤਖਤ ਤੇ ਟਿਕਾਇਆ ਗਿਆ ਅਤੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਵਾਕ ਲੈਣ ਲਈ ਕਿਹਾ। ਵਾਕ ਸੀ ਸੋਰਠ ਮਹੱਲਾ ਪੰਜਵਾਂ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਸਾਰਾ ਦਿਨ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ। ਜਦ ਰਾਤ ਹੋਈ ਤਾਂ ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਗ੍ਰੰਥ ਸਾਹਿਬ ਨੂੰ ਰਹਿਣ ਕਿੱਥੇ ਵਿਸਰਾਮ ਕਰਾਉਣਾ ਹੈ। ਮਹਾਰਾਜ ਨੇ ਹੁਕਮ ਦਿੱਤਾ, ਜਿਸ ਕੋਠਰੀ ਰਹਿਣ ਹਮਾਰਾ, ਤਹਾਂ ਨਿਵਾਸ ਕਰਹੁ ਜਤਮਾਨ। ਉੱਥੇ ਮਾਨ ਨਾਲ ਟਿਕਾਵੋ ਜਿੱਥੇ ਉਹ ਵਿਸ਼ਰਾਮ ਕਰਦੇ ਹਨ। ਭਾਈ ਜੀ ਦਾ ਕੁਦਰਤੀ ਸਵਾਲ ਸੀ ਕਿ ਆਪ ਜੀ ਦਾ ਆਸਣ ਕਿੱਥੇ ਕਰਨਾ ਹੈ, ਤਾਂ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਪਾਸ ਜ਼ਮੀਨ ਤੇ ਬਿਸਤਰਾ ਵਿਛਾ ਦਿਓ। ਸ਼੍ਰੀ ਗੁਰੂ ਭਲਤ ਨਿਕਟ ਆਸੀਨੋ। ਗੁਰੂ ਗ੍ਰੰਥ ਸਾਹਿਬ ਦਾ ਫਿਰ ਵਾਕ ਲੈ ਕੇ ਉਸੇ ਸ਼ਾਨ ਨਾਲ, ਜਿਸ ਆਦਰ ਨਾਲ ਪ੍ਰਕਾਸ਼ ਕੀਤਾ ਸੀ, ਚਵਰ ਕਰਦੇ ਆਪਣੇ ਨਿੱਜੀ ਅਸਥਾਨ ਨਿਵਾਸ ਕਰਾਇਆ ਅਤੇ ਆਪ ਜੀ ਭੁੰਜੇ ਹੀ ਸੌਂ ਗਏ। ਫਿਰ ਬਾਕੀ ਸਾਰੀ ਹਯਾਤੀ ਆਪ ਜੀ ਨੇ ਵਿਸਰਾਮ ਉੱਥੇ ਹੀ ਭੁੰਜੇ ਕੀਤਾ। ਸਾਡੇ ਲਈ ਪੂਰਨੇ ਪਾਏ ਕਿ ਗੁਰੂ ਗ੍ਰੰਥ ਸਾਹਿਬ ਦੀ ਜ਼ਿੰਮੇਵਾਰੀ ਕਿਵੇਂ ਉਠਾਉਣੀ ਹੈ। ਆਦਰ ਕਰਨ ਦੀ ਜਾਂਚ ਸਾਨੂੰ ਸਿਖਾ ਰਹੇ ਸਨ। ਗੁਰੂ ਹਰ ਰਾਏ ਜੀ ਨੇ ਤਾਂ ਸਪਸ਼ਟ ਹੁਕਮ ਦਿੱਤਾ ਸੀ, ਜਿਸ ਪੈ ਬਾਣੀ ਆਦਰ ਨਾ ਧਾਰਾ, ਸੋ ਸਿੱਖ ਜਾਣੋ ਨਹੀਂ ਹਮਾਰਾ। ਗੁਰੂ ਗ੍ਰੰਥ ਸਾਹਿਬ ਇੱਕ ਐਸਾ ਰੂਹਾਨੀ ਥਾਲ ਗੁਰੂ ਅਰਜਨ ਜੀ ਨੇ ਪਰੋਸਿਆ ਹੈ, ਜਿਸ ਵਿੱਚ ਜੀਵਨ ਪੱਦਵੀ ਪਾਉਣ ਦੀ ਜੁਗਤੀ ਹੈ। ਇਸ ਵਿੱਚ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਪਰਮਾਰਥਿਕ, ਵਿਦਿਆ ਅਤੇ ਹਰ ਇਨਸਾਨੀ ਮਸਲੇ ਦਾ ਹੱਲ ਹੈ। ਹਰ ਕੇ ਦੁਆਰੇ ਜੋ ਹੋਏ ਬਤੀਤੇ, ਉਸ ਦਾ ਸਿੱਧਾ ਵਰਣਨ ਹੈ।
ਸੋ ਦਰ ਜੋ ਸੋ ਪੁਰਖ ਬੈਠਾ ਕਰ ਰਿਹਾ ਹੈ, ਉਸ ਦੀ ਝਲਕ ਹੈ। ਕਿਰਪਾ ਜਾਂ ਨਦਰ ਹੀ ਛੁਟਕਾਰੇ ਦਾ ਰਾਹ ਹੈ। ਕਿਰਪਾ ਇਹੀ ਹੈ ਕਿ ਵਾਹਿਗੁਰੂ ਨਾਮ ਸਿਮਰਨ, ਗੁਰ ਭਗਤੀ ਅਤੇ ਸੇਵਾ ਵਿੱਚ ਲਗਾ ਦਿੰਦਾ ਹੈ। ਬਾਣੀ ਵਿਚਾਰ ਵਿੱਚੋਂ ਨਾਮ ਦੀ ਸੂਝ ਪੈਦਾ ਹੁੰਦੀ ਹੈ। ਨਾਮ ਪ੍ਰਗਟ ਹੋ ਜਾਏ ਫਿਰ ਉਹ ਕਿਸੇ ਕਰਮ ਕਾਂਡ ਵਿੱਚ ਨਹੀਂ ਫਸਦਾ। ਨਾਮੀ ਪੁਰਸ਼ ਬ੍ਰਾਹਮਣਵਾਦ, ਮਾਇਆਧਾਰੀ ਸੁਭਾਅ, ਮਾਇਆ ਦੀ ਪਕੜ, ਸ਼ਰ੍ਹਾਂ, ਜਾਤ ਪਾਤ, ਜਿਨਸੀ ਭੇਦ, ਊਚ ਨੀਚ, ਰੰਗ ਨਸਲ ਤੋਂ ਉੱਚਾ ਹੋ ਜਾਂਦਾ ਹੈ। ਇਹ ਹੀ ਨਿਰਾਲੀ ਭਗਤੀ ਹੈ ਜਿਸ ਦਾ ਇਸ਼ਾਰਾ ਗੁਰੂ ਅਮਰਦਾਸ ਜੀ ਨੇ ਕੀਤਾ ਹੈ। ਉਹਨਾਂ ਦੇ ਬਚਨ ਸਨ, ਆਪ ਬਸੰਤ ਜਗਤ ਸਭ ਵਾੜੀ, ਨਾਨਕ ਪੂਰੇ ਭਾਗ ਭਗਤ ਨਿਰਾਲੀ। ਪਵਿੱਤਰਤਾ ਤੇ ਰੂਹਾਨੀ ਔਜ ਦੇ ਨੁਕਤੇ ਤੋਂ ਤਾਂ ਦੁਨੀਆ ਦੇ ਧਰਮਾਂ ਵਿੱਚ ਇੱਕ ਮਹਾਨ ਉੱਚਾ ਦਰਜਾ ਹੈ ਹੀ, ਪਰ ਸਾਹਿਤਿਕ ਜਗਤ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਚੋਟੀ ਦਾ ਹੈ। ਗ੍ਰੀਨਲੀਜ਼ ਨੇ ਦੀ ਗੋਸਪਲ ਆਫ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸੋਹਣਾ ਲਿਖਿਆ ਹੈ ਕਿ ਬਾਣੀ ਧੁਰ ਅੰਦਰੋਂ ਅਨੁਭਵ ਤੋਂ ਪ੍ਰਕਾਸ਼ਦੀ ਹੈ। ਇਸ ਦਾ ਪੜ੍ਹੇ ਸੁਣੇ ਨਾਲ ਕੋਈ ਸੰਬੰਧ ਨਹੀਂ। ਦੁਨੀਆ ਦੀਆਂ ਧਾਰਮਿਕ ਪੁਸਤਕਾਂ ਵਿੱਚੋਂ ਸ਼ਾਇਦ ਹੀ ਕਿਸੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤਲ ਸਾਹਿਤਿਕ ਖੂਬਸੂਰਤੀ ਅਤੇ ਲਗਾਤਾਰ ਅਨੁਭਵੀ ਗਿਆਨ ਦੀ ਉਚਿਤਤਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਬੋਲੀ ਸਹਿਲੀ ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਪਖਾਵਾਂ ਦਾ ਖਜ਼ਾਨਾ ਕਹਿੰਦਾ ਹੈ। ਇੱਥੇ ਪ੍ਰੀਤਮ ਦੀ ਬਿਰਹੋਂ, ਬੰਬੀਹੇ ਦੀ ਸੱਦ, ਨਵ ਵਿਆਹੀ ਦੀ ਜੋਬਨ ਉਮੰਗ, ਰੁੱਤਾਂ ਦੀ ਰੰਗਲੀ ਸ਼ਹਿਬਰ, ਕੁਦਰਤ ਦਾ ਅਨੁਪਮ ਦ੍ਰਿਸ਼, ਭਗਤਾਂ ਦੀ ਤੜਪ, ਭਿੰਨੜੀ ਰਹਿਣ, ਗੁਰਦਰਸ਼ਨਾਂ ਦੀ ਝਲਕ, ਮਿਥਿਹਾਸਿਕ ਗਾਥਾ ਅਤੇ ਉਹਨਾਂ ਦੀ ਵਰਤੋਂ ਦੇ ਕਈ ਰੰਗ ਮਿਲਦੇ ਹਨ। ਮਕਾਲਫ ਦੇ ਸ਼ਬਦਾਂ ਵਿੱਚ ਹੁਨਾਲੇ ਦੀ ਗਰਮੀ, ਸਿਆਲੇ ਦੇ ਕੱਕਰ, ਆਕਾਸ਼ ਦੀ ਜਲਾਲੀ ਸੁੰਦਰਤਾ, ਪਿੰਡਾਂ ਦੇ ਵਸਨੀਕਾਂ ਦੇ ਦੁੱਖਾਂ, ਸਿੱਖਾਂ ਵਿੱਚ ਗੁਰੂ ਜੀ ਨੂੰ ਕਰਤਾ ਪੁਰਖ ਦੇ ਨਾਮ ਦਾ ਸੁਨੇਹਾ ਪ੍ਰਤੱਖ ਦਿਸਦਾ ਸੀ ਅਤੇ ਉਸ ਦਾ ਚਾਉ ਭਰਿਆ ਉਚਾਰ ਇੱਥੇ ਦੇਖਿਆ ਜਾ ਸਕਦਾ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਬਹੁਤ ਸੋਹਣਾ ਕਿਹਾ ਸੀ ਕਿ ਜੇ ਇਸ ਬਾਣੀ ਨੂੰ ਕੋਈ ਗੁਰੂ ਮੰਨ ਨਾ ਵੀ ਪੜ੍ਹਦਾ ਹੋਵੇ, ਉਸ ਨੂੰ ਇਸ ਦੇ ਸਾਹਿਤਿਕ ਸੁਆਦ ਅੱਗੇ ਸਿਰ ਝੁਕਾਉਣਾ ਪਵੇਗਾ ਅਤੇ ਇਸ ਨੂੰ ਗੁਰੂ ਮੰਨਣਾ ਹੋਵੇਗਾ। ਫਿਰ ਇਹ ਪਹਿਲਾ ਗ੍ਰੰਥ ਹੈ ਜਿਸ ਵਿੱਚ ਦੇਸ਼ਾਂ ਨਸਲਾਂ ਦੀਆਂ ਸਾਰੀਆਂ ਵਿੱਥਾਂ ਨੂੰ ਮੇਟ ਕੇ ਹਰ ਹਿੰਦੂ, ਮੁਸਲਮਾਨ ਅਤੇ ਅਖੌਤੀ ਅਛੂਤਾਂ ਦੇ ਪਾਵਨ ਰੂਹਾਨੀ ਬਚਨਾਂ ਨੂੰ ਇਕੱਤਰਿਤ ਕਰਕੇ ਇੱਕੋ ਜਿਹਾ ਸਤਿਕਾਰ ਦਿੱਤਾ ਹੈ। ਅਕਬਰ ਨੇ ਇਸ ਦਾ ਸਨਮਾਨ ਕਰਦੇ ਹੋਏ ਇਸ ਅੱਗੇ ਮਹਾਨ, ਪਾਵਨ ਅਤੇ ਵੱਖ-ਵੱਖ ਖਿਆਲਾਂ ਦੇ ਮੇਲ ਵਾਲਾ ਗ੍ਰੰਥ ਮੰਨ ਕੇ ਸਿਰ ਝੁਕਾਇਆ ਸੀ। ਭਾਈ ਵੀਰ ਸਿੰਘ ਨੇ ਹਵਾਲਾ ਦਿੱਤਾ ਹੈ ਕਿ ਡਾਕਟਰ ਚੌਧਰੀ ਖੁਦਾਦਾਦ ਕਿਹਾ ਕਰਦੇ ਸਨ ਕਿ ਹਰ ਇੱਕ ਮਜ਼ਹਬ ਦਾ ਟਾਕਰਵਾਂ ਮੁਤਾਲਿਆ ਕਰਨ ਦਾ ਅਸੂਲ ਗੁਰੂ ਸਾਹਿਬ ਨੇ ਹੀ ਆਰੰਭ ਕੀਤਾ ਸੀ। ਉਹਨਾਂ ਦੀ ਇਸ ਸਿੱਖਿਆ ਤੋਂ ਫਜ਼ਲ ਪ੍ਰਭਾਵਿਤ ਹੋਇਆ ਜਿਸ ਦੀ ਸੋਹਬਤ ਨੇ ਅਕਬਰ ਨੂੰ ਇਹ ਰੰਗਣੀ ਚਾੜ੍ਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਹੋਰ ਪੱਖੋਂ ਵੀ ਹੈ। ਸੰਸਾਰ ਦੇ ਜੋ ਵੱਡੇ ਵੱਡੇ ਧਰਮਾਂ ਦੇ ਆਗੂ ਹੋਏ ਹਨ, ਉਹਨਾਂ ਵਿੱਚੋਂ ਕੋਈ ਵੀ ਆਪਣੀ ਲਿਖੀ ਹੋਈ ਇੱਕ ਪੰਗਤੀ ਵੀ ਪਿੱਛੇ ਨਹੀਂ ਛੱਡ ਗਿਆ। ਜੋ ਕੁਝ ਉਹਨਾਂ ਪ੍ਰਚਾਰਿਆ, ਉਹਨਾਂ ਦਾ ਪਤਾ ਸਾਨੂੰ ਜਾਂ ਤਾਂ ਪ੍ਰਚਲਿਤ ਰਵਾਇਤਾਂ ਤੋਂ ਲੱਗਿਆ ਜਾਂ ਹੋਰਨਾਂ ਦੀਆਂ ਲਿਖਤਾਂ ਤੋਂ। ਫੋਸਾਗੋਰਸ ਨੇ ਜੋ ਆਪਣਾ ਸਿਧਾਂਤ ਲਿਖਿਆ, ਉਹ ਸਾਡੇ ਤੱਕ ਨਹੀਂ ਪੁੱਜਾ। ਸੁਕਰਾਤ ਦਾ ਪਤਾ ਕੇਵਲ ਅਫਲਾਤੂਨ, ਪਲੈਟੋ ਤੇ ਜੋਨੋਫਰ ਦੀਆਂ ਲਿਖਤਾਂ ਤੋਂ ਹੀ ਲੱਗਿਆ। ਬੁੱਧ ਆਪਣੀ ਸਿੱਖਿਆ ਦੀ ਯਾਦ ਆਪਣੀ ਕਿਸੇ ਵੀ ਲਿਖਤ ਵਿੱਚ ਨਹੀਂ ਛੱਡ ਗਿਆ। ਪੱਛਮੀ ਲੋਕ ਜਿਸ ਨੂੰ ਕਨਫਿਊਸ਼ਿਸ ਕਹਿੰਦੇ ਹਨ, ਆਪਣੇ ਪਿੱਛੇ ਆਪਣੇ ਸਮਾਜਿਕ ਅਤੇ ਇਖਲਾਕੀ ਸਿਧਾਂਤਾਂ ਬਾਰੇ ਕੋਈ ਲਿਖਤ ਨਹੀਂ ਛੱਡ ਗਿਆ। ਈਸਾਈ ਮਤ ਦੇ ਬਾਨੀ ਨੇ ਵੀ ਆਪਣੇ ਸਿਧਾਂਤਾਂ ਨੂੰ ਕਿਸੇ ਲਿਖਤੀ ਰੂਪ ਵਿੱਚ ਪੇਸ਼ ਨਹੀਂ ਕੀਤਾ। ਉਹਨਾਂ ਸੰਬੰਧੀ ਵੀ ਮੈਥਿਓ, ਲੂਕਾ, ਜੋਨ ਆਦਿ ਦੀਆਂ ਲਿਖਤਾਂ ਤੇ ਹੀ ਭਰੋਸਾ ਕਰਨਾ ਪੈਂਦਾ ਹੈ। ਅਰਬ ਦੇ ਪੈਗੰਬਰ ਮੁਹੰਮਦ ਨੇ ਵੀ ਕੁਰਾਨ ਦੇ ਸਪਾਰਿਆਂ ਨੂੰ ਆਪਣੀ ਕਲਮ ਨਾਲ ਨਹੀਂ ਲਿਖਿਆ, ਸਗੋਂ ਉਸ ਨੂੰ ਖਲੀਫਿਆਂ ਜਾਂ ਨਾਮ ਲੇਵਿਆਂ ਨੇ ਹੀ ਲਿਖਿਆ ਜਾਂ ਇਕੱਠਾ ਕੀਤਾ। ਪਰ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਉਹਨਾਂ ਦੀ ਆਪਣੇ ਹੱਥੀਂ ਲਿਖੀ ਅਤੇ ਸੰਭਾਲੀ ਹੋਈ ਮਿਲਦੀ ਹੈ। ਜੋ ਕੁਝ ਉਪਦੇਸ਼ ਉਹਨਾਂ ਦਿੱਤੇ, ਉਹਨਾਂ ਦਾ ਪਤਾ ਉਹਨਾਂ ਦੀਆਂ ਆਪਣੀਆਂ ਲਿਖਤਾਂ ਤੋਂ ਲੱਗਦਾ ਹੈ। ਹੋਰ ਸੰਸਾਰ ਦੇ ਅਣਧਾਰਮਿਕ ਗ੍ਰੰਥ ਅੰਧ ਵਿਸ਼ਵਾਸ ਯੁੱਗ ਦੇ ਬੇਜਾਨ ਕਰਮਕਾਂਡ ਅਤੇ ਫਾਲਤੂ ਕਿੱਸੇ ਕਹਾਣੀਆਂ ਨਾਲ ਭਰੇ ਹੋਏ ਹਨ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਸਿਧਾਂਤਾਂ ਤੇ ਵਿਚਾਰ ਕੀਤੀ ਗਈ ਹੈ। ਸੱਚੀ ਗੱਲ ਤਾਂ ਇਹ ਹੈ ਕਿ ਜਿਉਂ-ਜਿਉਂ ਸਾਇੰਸ ਅੱਗੇ ਵੱਧ ਰਹੀ ਹੈ, ਗੁਰਬਾਣੀ ਦੀਆਂ ਤੁਕਾਂ ਦੇ ਅਰਥ ਸਮਝ ਗੋਚਰੇ ਹੋ ਰਹੇ ਹਨ। ਪਤਾਲਾ ਪਾਤਾਲ, ਲਖ ਅਗਾਸਾ ਅਗਾਸ, ਪਹਿਲਾਂ ਪਾਣੀ ਜਿਉ ਹੈ, ਮਸ ਘਰ ਸੂਰ ਸਮਾਵੇ ਅਤੇ ਪਰਮਾਣੂ ਪਰਜੰਤ ਆਕਾਸਿਆ। ਇਸ ਗੁਰੂ ਗ੍ਰੰਥ ਰਾਹੀਂ ਜੀਵਨ ਨਜ਼ਰੀਆ
ਕੀ ਰੱਖਿਆ ਜਾਏ ਇਸ ਦਾ ਗਿਆਨ ਮਿਲਦਾ ਹੈ। ਇੱਥੇ ਨਿਰੀ ਦਿਮਾਗੀ ਉਧੇੜ ਬੁਣ ਨਹੀਂ ਹੈ, ਕਿੱਸੇ ਕਹਾਣੀਆਂ ਨਹੀਂ ਹਨ, ਨਾ ਹੀ ਅੰਧ ਵਿਸ਼ਵਾਸੀ ਕਰਮਾਂ ਦੀ ਪ੍ਰੇਰਨਾ ਹੈ, ਨਾ ਜੋਗੀਆਂ ਵਾਂਗ ਸਿੱਖਿਆ ਅੰਤਰਮੁਖੀ ਹੈ ਅਤੇ ਨਾ ਹੀ ਪਦਾਰਥਵਾਦੀਆਂ ਵਾਂਗ ਬਾਹਰਮੁਖੀ। ਪ੍ਰਵਿਰਤੀ ਨਿਰਵਿਰਤੀ ਦੋਵਾਂ ਨੂੰ ਹਾਠਾ ਕਿਹਾ ਹੈ ਅਤੇ ਅਸਲ ਰਹਿਬਰ ਧਰਮ ਨੇ ਦੇਣੀ ਹੈ। ਗੁਰੂ ਗ੍ਰੰਥ ਸਾਹਿਬ ਦਾ ਸਮੁੱਚਾ ਮਜ਼ਮੂਨ ਹੈ ਸੱਚ ਦਾ ਸਹੀ ਰੂਪ, ਸੱਚ ਦੀ ਪ੍ਰਾਪਤੀ ਦੇ ਸਾਧਨ, ਜਿਨ੍ਹਾਂ ਸੱਚ ਨੂੰ ਪ੍ਰਾਪਤ ਕਰ ਲਿਆ ਅਤੇ ਜਿਨ੍ਹਾਂ ਪ੍ਰਾਪਤ ਨਹੀਂ ਕੀਤਾ। ਇਹਨਾਂ ਦੋਹਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ। ਸੰਕੋਚਵੇਂ ਢੰਗ ਨਾਲ ਕਿਹਾ ਜਾ ਸਕਦਾ ਹੈ ਕਿ ਇੱਥੇ ਇੱਕ ਅਤੇ ਪਸਾਰੋ ਦੋਵਾਂ ਦਾ ਸਮਤੋਲ ਕਿਵੇਂ ਰੱਖਣਾ ਹੈ, ਉਸ ਦਾ ਵੱਲ ਹੈ। ਗੁਰੂ ਗ੍ਰੰਥ ਸਾਹਿਬ ਦਾ ਆਰੰਭ ਇੱਕ ਤੋਂ ਹੈ ਅਤੇ ਮੁੰਦਾਵਣੀ ਦਾ ਆਖਰੀ ਸ਼ਬਦ ਪਸਾਰੋ ਹੈ। ਪਸਾਰੇ ਨੂੰ ਵੀ ਨਹੀਂ ਛੱਡਣਾ ਅਤੇ ਇੱਕ ਨੂੰ ਵੀ ਨਹੀਂ ਤਿਆਗਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀਵਨ ਰੋਹ ਹੈ। ਟਾਇਨਬੀ ਨੇ ਠੀਕ ਕਿਹਾ ਹੈ, ਜਦੋਂ ਵੀ ਕਦੇ ਧਰਮਾਂ ਦੀ ਮਹਾਸਭਾ ਹੋਈ, ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਬੜੇ ਗੌਰ ਨਾਲ ਸੁਣੀ ਜਾਏਗੀ। ਅਤੇ ਡਾਕਟਰ ਰਾਧਾ ਕ੍ਰਿਸ਼ਨ ਨੇ ਕਿਹਾ ਸੀ ਕਿ ਜਦ ਵੀ ਇਹ ਬਾਣੀ ਗੂੰਜੀ, ਸਾਗਰਾਂ ਦੀਆਂ ਵਿੱਥਾਂ ਅਤੇ ਪਹਾੜਾਂ ਦੀਆਂ ਰੋਕਾਂ ਇਸ ਅੱਗੇ ਮੁੱਕ ਜਾਣਗੀਆਂ। ਪਰਲ ਐਸ ਬੈਂਕ ਨੇ ਵੀ ਇਹੀ ਕਿਹਾ, ਜਦ ਵੀ ਕਿਸੇ ਉਸ ਤੇ ਮਾਯੂਸੀ ਦੀ ਲਹਿਰ ਭਾਰੀ ਹੁੰਦੀ ਹੈ, ਇਸ ਗੁਰੂ ਗ੍ਰੰਥ ਦੀ ਬਾਣੀ ਉਤਸ਼ਾਹ ਹੋ ਨਿਬੜਦੀ ਹੈ। ਗੁਰੂ ਅਰਜਨ ਦੇਵ ਜੀ ਨੇ ਇਸੇ ਵਿਸ਼ਵਾਸ ਨਾਲ ਕਿਹਾ ਸੀ, ਇਹ ਵਸਤ ਨਿਤ ਨਿਤ ਰਜਾਈ ਉਰ ਧਾਰੋ, ਤਨ ਮਨ ਹਾਰਿਆਂ ਇਸੇ ਦੇ ਖਾਣ ਤੇ ਪੁੰਚਨ ਨਾਲ ਹੋਵੇਗਾ। ਇਹ ਵੀ ਬਚਨ ਕੀਤੇ ਸਨ ਕਿ ਸਮੇਂ ਨਾਲ ਇਸ ਦਾ ਪ੍ਰਕਾਸ਼ ਇੰਜ ਸੰਸਾਰ ਤੇ ਫੈਲੇਗਾ ਜਿਵੇਂ ਪਾਣੀ ਉੱਤੇ ਤੇਲ ਪਾਇਆ ਆਪੇ ਹੀ ਸਭ ਪਾਸੇ ਪਸਰ ਜਾਂਦਾ ਹੈ। ਇਸ ਦੇ ਉਲਥੇ ਟੀਕੇ ਅਤੇ ਵਿਆਖਿਆ ਦੁਨੀਆ ਦੀ ਹਰ ਬੋਲੀ ਵਿੱਚ ਹੋਵੇਗੀ। संस्कृत और तुर्कन भाषा इसमें लिख लेवे बुधरासा, सब ऊपर पसरे इम माही, जिम जल परसू चिकनता पाई। गल की गुरु ग्रंथ साहिब रागां दा खजाना, बोलियां दा भंडार, आत्मिक रस दा सागर, जीवन रहस दा खोलणहारा है। अज असी प्रतखहार जीवनी गुरु अर्जन देव जी किताब दे 165 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।